ਗੁਰਬਾਣੀ ਸ਼ਬਦ ਵਿਚਾਰ ਬਾਬਾ ਫਰੀਦ ਸਾਹਿਬ ਜੀ ਦੇ ਪਾਵਨ ਸ਼ਲੋਕ ਭਾਈ ਸਾਹਿਬ ਜੀ ਪਾਸੋਂ ਆਪ ਜੀਆਂ ਨੇ ਸਰਵਨ ਕੀਤੇ ਹਨ। ਅੱਜ ਦੇ ਅੰਮ੍ਰਿਤਮਈ ਬਚਨਾਂ ਦੀ ਵਿਚਾਰ ਨਾਲ ਸਾਂਝ ਪਾਉਣ ਵਾਸਤੇ ਜੋ ਸਮਾਂ ਪ੍ਰਾਪਤ ਹੋ ਰਿਹਾ ਹੈ, ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਨਿਮਾਣੇ ਜੇ ਹੋ ਕੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਜੁੜਨ ਦਾ ਯਤਨ ਕਰੀਏ। ਬਾਬਾ ਫਰੀਦ ਸਾਹਿਬ ਜੀ ਅੰਮ੍ਰਿਤਮਈ ਬਚਨਾਂ ਦੇ ਰਾਹੀਂ ਜੋ ਸਾਨੂੰ ਦੁਨਿਆਵੀ ਮਨੁੱਖੀ ਸੰਸਾਰੀ ਜੀਵਾਂ ਨੂੰ ਸਮਝਾਉਣਾ ਚਾਹੁੰਦੇ ਨੇ, ਇੱਕ ਮਨ ਇੱਕ ਚਿੱਤ ਹੋ ਕੇ ਸਮਝਣ ਦਾ ਯਤਨ ਕਰੀਏ ਜੀ। ਵਾਹਿਗੁਰੂ ਸਾਹਿਬ ਜੀ। ਸ਼ਲੋਕ ਸ਼ੇਖ ਫਰੀਦ ਕੇ। ਇਕ ਓੰਕਾਰ ਸਤ ਗੁਰ ਪ੍ਰਸਾਦ। ਫਰੀਦਾ ਮੰਡਪ ਮਾਲ ਨਾ ਲਾਏ। ਮਰਗ ਸਤਾਣੀ ਚਿਤ ਧਰ। ਸਾਈ ਜਾਏ ਸਮਾਲ ਜਿੱਥੈ ਹੀ ਤੋ ਵੰਜਣਾ। ਆਪ ਜੀ ਰੋਜ਼ਾਨਾ ਇਸ ਅਸਥਾਨ ਤੋਂ ਬਾਬਾ ਫਰੀਦ ਸਾਹਿਬ ਜੀ ਦੇ ਪਾਵਨ ਸ਼ਲੋਕ ਦੀ ਲੜੀਵਾਰ ਵਿਚਾਰ ਦੇ ਨਾਲ ਸਾਂਝ ਪਾਉਂਦੇ ਆ ਰਹੇ ਹੋ। ਅੱਜ ਦੇ ਜੋ ਪਾਵਨ ਸ਼ਲੋਕ ਆਪ ਜੀ ਨੇ ਸਰਵਨ ਕੀਤੇ ਨੇ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ ਪਾਵਨ ਅੰਗ 1381 ਦੇ ਉੱਪਰ ਸੁਭਾਏਮਾਨ ਨੇ। ਬਾਬਾ ਫਰੀਦ ਸਾਹਿਬ ਜੀ ਜਿਨ੍ਹਾਂ ਨੇ ਬੰਦਗੀ ਕਰਕੇ ਆਪਣੇ ਜੀਵਨ ਦੇ ਅੰਦਰ ਉਸ ਸਫਲਤਾ ਨੂੰ ਹਾਸਲ ਕਰ ਲਿਆ ਜਾਂ ਉਸ ਮੁਕਾਮ ਤੇ ਪਹੁੰਚ ਗਏ ਜਿੱਥੇ ਅਸੀਂ ਹਜੇ ਪਹੁੰਚ ਨਹੀਂ ਸਕੇ। ਜਿਸ ਰਾਹ ਉੱਤੇ ਤੁਰਨ ਦਾ ਯਤਨ ਤਾਂ ਕਰ ਰਹੇ ਹਾਂ, ਪਰ ਹਜੇ ਸੰਸਾਰੀ ਰੁਕਾਵਟਾਂ ਜਿਹੜੀਆਂ ਨੇ ਉਹ ਸਾਡੇ ਕਦਮਾਂ ਨੂੰ ਰੋਕ ਲੈਂਦੀਆਂ ਹਨ। ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਇਹ ਹਜੇ ਸਾਡੇ ਪੈਰ ਦੀਆਂ ਬੇੜੀਆਂ ਬਣ ਜਾਂਦਾ ਹੈ, ਜਿਹਦੇ ਕਰਕੇ ਮੰਜ਼ਿਲ ਤੇ ਮੁਕਾਮ ਤੇ ਪਹੁੰਚਣਾ ਸਾਡੇ ਲਈ ਔਖਾ ਹੋ ਜਾਂਦਾ ਹੈ। ਪਰ ਜਿਹੜੇ ਭਗਤ ਪਰਮੇਸ਼ਵਰ ਦੇ ਵਿੱਚ ਲੀਨ ਹੋ ਕੇ ਇੱਕ-ਮਿਕ ਹੋ ਗਏ, ਉਹਨਾਂ ਨੇ ਫਿਰ ਸੰਸਾਰ ਨੂੰ ਇੱਕ ਰਾਹ ਦੱਸਿਆ, ਇੱਕ ਜੁਗਤੀ, ਇੱਕ ਤਰੀਕਾ ਦੱਸਿਆ ਕਿ ਸੰਸਾਰੀ ਲੋਕੋ, ਦੁਨਿਆਵੀ ਮੋਹ ਦੇ ਜਾਲ ਵਿੱਚ ਫਸੇ ਹੋਏ ਲੋਕੋ, ਤੁਸੀਂ ਆਹ ਵਾਲਾ ਰਸਤਾ ਅਪਣਾਓਗੇ ਤੇ ਮੁਕਾਮ ਤੇ ਮੰਜ਼ਿਲ ਤੇ ਪਹੁੰਚ ਜਾਓਗੇ। ਇਸ ਰਸਤੇ ਤੇ ਚੱਲੋਗੇ ਤਾਂ ਤੁਹਾਡੇ ਲਈ ਮੰਜ਼ਿਲ ਤੇ ਪਹੁੰਚਣਾ ਤੁਹਾਡੇ ਲਈ ਸੌਖਾ ਹੋ ਜਾਏਗਾ। ਠੀਕ ਹੈ, ਸ਼ੁਰੂਆਤ ਵਿੱਚ ਇਹ ਮਾਰਗ ਬਿਖਮ ਹੈ, ਇਹ ਮਾਰਗ ਔਖਾ ਹੈ, ਕਿਉਂਕਿ ਇਸ ਮੋਹ ਦੀਆਂ ਜੰਜੀਰਾਂ ਨੂੰ ਤੋੜਨਾ ਇੰਨਾ ਸੌਖਾ ਨਹੀਂ। ਜਿਹੜਾ ਅਸੀਂ ਸੰਸਾਰ ਦੇ ਇਹਨਾਂ ਧਨ ਪਦਾਰਥਾਂ ਦੇ ਨਾਲ ਪਾ ਕੇ ਬੈਠੇ ਹਾਂ, ਔਰ ਜਿਵੇਂ ਜਿਵੇਂ ਸਾਡੀ ਜ਼ਿੰਦਗੀ ਦਾ ਸਮਾਂ ਲੰਘ ਰਿਹਾ, ਤਿਵੇਂ ਤਿਵੇਂ ਸਾਡੀ ਮੋਹ ਦੀ ਪਕੜ ਵੀ ਮਜ਼ਬੂਤ ਹੋ ਰਹੀ ਹੈ। ਜਿਵੇਂ ਜਿਵੇਂ ਅਸੀਂ ਆਪਣੇ ਤਨ ਦੇ ਬੜੇਪੇ ਦੇ ਵੱਲ ਵੱਧਦੇ ਹਾਂ, ਮਾਫ ਕਰਨਾ, ਉਨੀ ਮੋਹ ਦੀ ਪਕੜ ਵੀ ਵੱਧਦੀ ਹੈ। ਹੋਣਾ ਕੀ ਚਾਹੀਦਾ ਸੀ ਕਿ ਇਸ ਸਫ਼ਰ ਦੇ ਵਿੱਚ ਜਿਵੇਂ ਜਿਵੇਂ ਕਦਮ ਅੱਗੇ ਵੱਧ ਰਹੇ, ਸਮਾਂ ਅੱਗੇ ਵੱਧ ਰਿਹਾ, ਔਰ ਸਾਡੇ ਸਵਾਸ ਜਿਵੇਂ ਜਿਵੇਂ ਚੱਲ ਰਹੇ ਨੇ,
ਸਾਡੇ ਮੋਹ ਦੀਆਂ ਤੰਦਾਂ ਕਮਜ਼ੋਰ ਹੋਣੀਆਂ ਚਾਹੀਦੀਆਂ। ਪਰ ਹੈ ਉਲਟ ਕਿ ਇਹ ਕਮਜ਼ੋਰ ਹੋਣ ਦੀ ਬਜਾਏ ਇਹ ਤੰਦ ਹੋਰ ਮਜ਼ਬੂਤ ਹੋ ਜਾਂਦੀ ਹੈ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਨੇ ਕਿ ਤੂੰ ਇਹ ਜੋ ਮਹਿਲ, ਮਾੜੀਆਂ, ਧਨ, ਪਦਾਰਥ, ਤੂੰ ਇਹਨਾਂ ਨਾਲ ਮੋਹ ਪਾ ਕੇ ਬੈਠਾ ਹੈ। ਇਹਦੇ ਨਾਲ ਮੋਹ ਪਾਉਣ ਨਾਲ ਹੋਇਆ ਕਿ ਤੈਨੂੰ ਮੌਤ ਭੁੱਲ ਗਈ, ਤੈਨੂੰ ਮੌਤ ਵਿਸਰ ਗਈ ਵੀ ਇੱਕ ਦਿਨ ਮਰਨਾ ਵੀ ਹੈ, ਇੱਕ ਦਿਨ ਇਹ ਸਰੀਰਕ ਝੋਲਾ ਜਿਹੜਾ ਇਹ ਤਿਆਗਣਾ ਵੀ ਹੈ। ਤੇ ਜਿਸ ਦਿਨ ਸਰੀਰਕ ਝੋਲਾ ਤਿਆਗ ਦਿੱਤਾ ਤੇ ਜਿੰਨੇ ਵੀ ਸਰੀਰ ਨਾਲ ਜੁੜੇ ਹੋਏ ਧਨ ਪਦਾਰਥ ਨੇ, ਮਹਿਲ ਮਾੜੀਆਂ ਨੇ, ਇਹ ਜੋ ਵੀ ਧਨ ਮਾਲ ਹੈ, ਇਹ ਸਾਰਾ ਕੁਝ ਸਰੀਰ ਦੇ ਨਾਲ ਹੀ ਛੁੱਟ ਜਾਣਾ ਹੈ। ਕਿਉਂਕਿ ਅਗਲਾ ਸਫ਼ਰ ਇਸ ਜਿੰਦ ਦਾ ਹੈ ਤੇ ਜਿੰਦ ਦੇ ਨਾਲ ਕਦੇ ਧਨ ਪਦਾਰਥ ਨਹੀਂ ਗਏ। ਇਸ ਨਿਮਾਣੀ ਜਿੰਦ ਨਾਲ ਤੇ ਸਰੀਰ ਨਹੀਂ ਗਿਆ ਤੇ ਸਰੀਰ ਨਾਲ ਜੁੜੇ ਪਦਾਰਥ ਕਿੱਥੋਂ ਜਾਣਗੇ। ਗੁਰਬਾਣੀ ਅੰਦਰ ਸਾਨੂੰ ਇਹੀ ਗਿਆਨ ਦਿੱਤਾ ਗਿਆ ਕਿ ਤੂੰ ਬੰਦਿਆ ਇੰਨਾ ਵੀ ਦੁਨੀਆ ਦੇ ਰੰਗਾਂ ਵਿੱਚ ਰੰਗ ਨਾ ਜਾ। ਤੂੰ ਇਹ ਚੇਤੇ ਰੱਖ ਕਿ ਇੱਕ ਦਿਨ ਮੌਤ ਦਾ ਸਾਹਮਣਾ ਕਰਨਾ ਪੈਣਾ ਹੈ। ਇੱਕ ਦਿਨ ਉਸ ਮੌਤ ਨੇ ਆਉਣਾ ਜਿਹਦਾ ਬਲ, ਜਿਹਦੀ ਤਾਕਤ ਇੰਨੀ ਹੈ ਕਿ ਮੇਰਾ ਜ਼ੋਰ ਉਹਦੇ ਅੱਗੇ ਨਹੀਂ ਚੱਲਣਾ। ਕਈ ਵਾਰ ਕੋਈ ਐਸੀ ਘਟਨਾ ਵਾਪਰ ਜਾਂਦੀ ਹੈ, ਕੋਈ ਦੁਰਘਟਨਾ ਹੋ ਜਾਂਦੀ ਹੈ, ਬੰਦਾ ਉਹਦੇ ਵਿੱਚੋਂ ਬਚ ਕੇ ਆਉਂਦਾ ਹੈ ਤੇ ਬੜੀ ਖੁਸ਼ੀ ਮਨਾਉਂਦਾ ਵੀ ਅੱਜ ਮੈਂ ਮੌਤ ਦੇ ਮੂੰਹ ਚੋਂ ਨਿਕਲ ਆਇਆ, ਬੜੀਆਂ ਖੁਸ਼ੀਆਂ ਮਨਾਉਂਦਾ। 4 ਦਿਨ ਬਾਅਦ ਬੰਦਾ ਉਸ ਸਮੇਂ ਨੂੰ ਭੁੱਲ ਹੀ ਜਾਂਦਾ ਹੈ ਕਿ ਮੈਂ ਕਿਸ ਮੋੜ ਵਿੱਚੋਂ, ਕਿਹੜੀ ਘਟਨਾ ਚੋਂ ਨਿਕਲ ਕੇ ਆਇਆ। ਮੌਤ ਫਿਰ ਉਹਨੂੰ ਭੁੱਲ ਗਈ। ਇਸ ਤਰ੍ਹਾਂ ਦੀਆਂ ਕਈ ਘਟਨਾਵਾਂ ਸਾਡੇ ਜੀਵਨ ਵਿੱਚ ਹੁੰਦੀਆਂ ਨੇ, ਇੱਕ ਨਹੀਂ ਕਈ ਹੁੰਦੀਆਂ ਨੇ। ਪਰ ਜਿੱਦਨ ਅਸਲ ਮਲਕਲ ਮੌਤ ਆਈ ਨਾ, ਸੱਚ ਜਾਣਿਓ ਉਸ ਦਿਨ ਨਿਕਲਣਾ ਬੜਾ ਔਖਾ ਹੈ। ਉਸ ਦਿਨ ਉਹਦੇ ਵਿੱਚੋਂ, ਉਹਦੇ ਚੰਗਲ ਵਿੱਚੋਂ ਦੀ ਛੁਟਕਾਰਾ ਪਾਉਣਾ ਬੜਾ ਔਖਾ ਹੈ। ਕਿਉਂਕਿ ਉਹਦੇ ਅੱਗੇ ਫਿਰ ਸਾਡਾ ਬਲ ਨਹੀਂ, ਸਾਡਾ ਜ਼ੋਰ ਨਹੀਂ ਚੱਲਣਾ ਤੇ ਨਾ ਹੀ ਅੱਜ ਤੱਕ ਕਿਸੇ ਦਾ ਚੱਲਿਆ। ਦੁਨੀਆ ਦੇ ਅੰਦਰ ਬੜੇ ਬੜੇ ਹੁਕਮਰਾਨ ਆਏ, ਬੜੇ ਬੜੇ ਆਪਣੇ ਬਾਹਾਂ ਦਾ ਬਲ ਦਿਖਾਉਣ ਵਾਲੇ, ਆਪਣੀ ਫੌਜ ਦਾ ਬਲ ਦਿਖਾਉਣ ਵਾਲੇ ਇਸ ਧਰਤੀ ਤੇ ਆਏ। ਹਿਟਲਰ ਵਰਗੇ ਆਏ, ਪਰ ਹੋਇਆ ਕਿ ਅੰਤ ਨੂੰ ਮੌਤ ਦਾ ਸਾਹਮਣਾ ਤੇ ਉਹਨਾਂ ਨੂੰ ਵੀ ਕਰਨਾ ਪਿਆ। ਜਿਹੜੇ ਦੁਨੀਆ ਨੂੰ ਜਿੱਤਣ ਦੀ ਗੱਲ ਕਰਦੇ ਸੀ, ਉਹ ਇੱਕ ਦਿਨ ਮੌਤ ਦੇ ਹੱਥੋਂ ਹਾਰ ਗਏ। ਤੇ ਗੁਰੂ ਸਾਹਿਬ ਕਹਿੰਦੇ ਆ ਕਿ ਤੂੰ ਮੌਤ ਦੇ ਹੱਥੋਂ ਹਾਰਨਾ ਨਹੀਂ, ਤੂੰ ਤਾਂ ਆਪਣੀ ਜ਼ਿੰਦਗੀ ਦੀ ਬਾਜੀ ਨੂੰ ਜਿੱਤ ਕੇ ਜਾਣਾ ਹੈ। ਉਹਦੇ ਲਈ ਤੂੰ ਹਰ ਦਿਨ ਮੌਤ ਨੂੰ ਚੇਤੇ ਰੱਖੇਂਗਾ ਤਾਂ ਮੌਤ ਦਾ ਭੈ ਤੇਰੇ ਅੰਦਰ ਨਹੀਂ ਰਹੇਗਾ। ਧਿਆਨ ਰੱਖਣਾ, ਜਿਹਨੂੰ ਮੌਤ ਭੁੱਲ ਹੀ ਗਈ, ਵਿਸਰ ਹੀ ਗਈ, ਜਿਹਨੂੰ ਮਰਨਾ ਹੀ ਵਿਸਰ ਗਿਆ, ਤੇ ਮਰਨਾ ਵਿਸਰਿਆ ਕਿਉਂ ਸੀ? ਖਾਣਾ ਪੀਣਾ ਸੌਣਾ ਹੱਸਣਾ ਵਿਸਰ ਗਿਆ ਹੈ ਮਰਨਾ। ਆ ਜਿਹੜਾ ਸਾਡਾ ਦੁਨਿਆਵੀ ਤਲ ਤੇ ਸੌਣਾ ਹੱਸਣਾ ਖਾਣਾ ਪੀਣਾ, ਇਹਦੇ ਰੰਗਾਂ ਵਿੱਚ ਐਸੇ ਅਸੀਂ ਰੰਗੇ ਗਏ ਕਿ ਸਾਨੂੰ ਵਿਸਰ ਗਿਆ ਹੈ ਮਰਨਾ। ਨਾਮ ਵਿਸਾਰ ਖੁਆਰੀ ਕੀਨੀ ਧ੍ਰਿਗ ਜੀਵਨ ਨਹੀਂ ਰਹਿਣਾ। ਤੂੰ ਪਰਮੇਸ਼ਵਰ ਦੇ ਨਾਮ ਨੂੰ ਵਿਸਾਰ ਕੇ ਆਪਣੇ ਜੀਵਨ ਨੂੰ ਖੁਆਰ ਕਰ ਦਿੱਤਾ। ਪਰ ਧਿਆਨ ਰੱਖੀ, ਜਿਹੜਾ ਜੀਵਨ ਤੈਨੂੰ ਸੋਹਣਾ ਖੂਬਸੂਰਤ ਦਿੱਤਾ ਸੀ, ਤੂੰ ਉਹਨੂੰ ਵੱਧ ਸੂਰਤ ਬਣਾ ਕੇ ਖੁਆਰੀ ਕਰ ਲਈ ਤੇ ਰਹਿਣਾ ਤੂੰ ਫਿਰ ਵੀ ਨਹੀਂ ਦੁਨੀਆ 'ਚ। ਜਾਣਾ ਇੱਕ ਦਿਨ ਫਿਰ ਤੂੰ, ਕਿਉਂਕਿ ਜੋ ਆਇਆ ਸੋ ਚੱਲ ਸੀ, ਜੋ ਉਪਜਿਓ ਸੋ ਬਿਨਸ ਹੈ। ਇਸ ਲਈ ਮੌਤ ਨੂੰ ਅਸੀਂ ਚੇਤੇ ਨਹੀਂ ਕਰਦੇ, ਵਿਸਾਰ ਦਿੱਤਾ। ਇੱਕ ਦਿਨ ਮੌਤ ਆਈ ਤੇ ਘਬਰ ਗਏ, ਡਰ ਬੜਾ ਲੱਗਾ, ਇੰਨਾ ਘਬਰਾ ਗਏ ਵੀ ਅਸੀਂ ਕਿਹਾ ਵੀ ਨਹੀਂ, ਮੌਤ ਨਹੀਂ ਆਉਣੀ ਚਾਹੀਦੀ ਮੈਨੂੰ, ਮੈਂ ਮਰਨਾ ਨਹੀਂ ਚਾਹੁੰਦਾ, ਕਿਉਂਕਿ ਕਦੇ ਅਸੀਂ ਉਹਨੂੰ ਯਾਦ ਨਹੀਂ ਕੀਤਾ। ਸਭ ਕਹਿੰਦੇ ਗੁਰੂ ਕੇ ਸਿੱਖਾ ਤੂੰ ਰੋਜ਼ ਮੌਤ ਦੀ ਗੋਦੜੀ ਪਾਇਆ ਕਰ ਆਪਣੇ ਤੇ। ਖਿੰਥਾ ਕਾਲ, ਆਪਣੇ ਅੰਦਰ ਆਪਣੇ ਉੱਤੇ ਤੂੰ ਕਾਲ ਦੀ ਖਿੰਥਾ ਪਾ ਕੇ, ਖਿੰਥਾ ਦਾ ਅਰਥ ਹੈ ਗੋਦੜੀ,
ਪਹਿਨ ਕੇ ਰੱਖਿਆ ਕਰ। ਤੂੰ ਰੋਜ਼ ਮੌਤ ਨੂੰ ਚੇਤੇ ਰੱਖੇਗਾ, ਤੇਰੇ ਅੰਦਰੋਂ ਮੌਤ ਦਾ ਭੈ ਹੀ ਨਿਕਲ ਜਾਏਗਾ। ਦੇਖੋ, ਇੱਕ ਉਹ ਪ੍ਰਾਣੀ ਨੇ ਜਿਹੜੇ ਆ ਜੀਵ ਜੰਤੂ ਵੇਖ ਕੇ ਘਬਰਾਉਂਦੇ ਹੀ ਨਹੀਂ, ਭਾਵੇਂ ਉਹ ਛਿਪਕਲੀ ਹੋਵੇ, ਭਾਵੇਂ ਉਹ ਕਾਕਰੋਚ ਹੋਵੇ, ਕੋਈ ਵੀ ਐਸਾ ਜੀਵ ਹੋਵੇ। ਇੱਕ ਉਹ ਹੈ ਜਿਹਨੂੰ ਵੇਖ ਕੇ ਹੀ ਸਾਹ ਚੜ ਜਾਂਦਾ ਹੈ, ਕਿਉਂਕਿ ਉਹ ਕਦੇ ਕਦੇ ਉਹ ਨਜ਼ਰ ਆਉਂਦੇ ਨੇ ਤੇ ਉਹਨਾਂ ਅੰਦਰ ਇੱਕ ਬੜਾ ਵੱਡਾ ਖੌਫ, ਡਰ ਹੁੰਦਾ ਹੈ। ਉਹ ਮਾੜਾ ਜਿਹਾ ਛੂ ਵੀ ਜਾਣ ਤੇ ਬੰਦੇ ਨੂੰ ਅਟੈਕ ਆਉਣ ਤੇ ਆ ਜਾਂਦਾ ਹੈ। ਇੱਕ ਉਹ ਨੇ ਜਿਹੜੇ ਇਹਨੂੰ ਨਿਗਲੀ ਜਾਂਦੇ ਨੇ, ਉਹਨਾਂ ਅੰਦਰ ਭੈ ਹੀ ਕੋਈ ਨਹੀਂ, ਕਿਉਂਕਿ ਉਹਨਾਂ ਦਾ ਰੋਜ਼ ਦਾ ਹੀ ਕੰਮ ਹੈ। ਇਸੇ ਤਰ੍ਹਾਂ ਸਾਹਿਬ ਕਹਿੰਦੇ ਆ ਵੀ ਤੂੰ ਰੋਜ਼ ਮੌਤ ਚੇਤੇ ਰੱਖੇਗਾ ਤੇ ਮੌਤ ਦਾ ਭੈ ਅੰਦਰੋਂ ਨਿਕਲ ਜਾਏਗਾ, ਫਿਰ ਤੈਨੂੰ ਮੌਤ ਦਾ ਡਰ ਨਹੀਂ ਰਹੇਗਾ। ਫਿਰ ਕਬੀਰ ਜੀ ਵਾਲੀ ਅਵਸਥਾ, ਕਬੀਰ ਜਿਸ ਮਰਨੇ ਤੇ ਜਗ ਡਰੈ ਮੇਰੇ ਮਨ ਆਨੰਦ, ਉਸੇ ਮੌਤ ਨੇ ਤੇਰੇ ਜੀਵਨ ਵਿੱਚ ਆਨੰਦ ਬਣਾ ਦੇਣਾ। ਜਿਸ ਮੌਤ ਤੋਂ ਦੁਨੀਆ ਡਰਦੀ ਹੈ, ਜਗਤ ਡਰਦਾ ਹੈ, ਤੇਰੇ ਅੰਦਰ ਉਹੀ ਅਵਸਥਾ ਆਨੰਦ ਦੀ ਬਣੇਗੀ। ਪਰ ਕਿਵੇਂ? ਤੈਨੂੰ ਉਹਨੂੰ ਚੇਤੇ ਰੱਖਣਾ ਪੈਣਾ। ਚੇਤੇ ਕਿਵੇਂ ਰੱਖਣਾ ਹੈ? ਸਾਹਿਬ ਕਹਿੰਦੇ ਇਹ ਚੇਤੇ ਰੱਖ ਕਿ ਹਮ ਆਦਮੀ ਹਾਂ ਇੱਕ ਦਮੀ। ਬਸ ਹਰ ਦਮ ਤੂੰ ਇਹੀ ਪੰਕਤੀ ਚੇਤੇ ਰੱਖ, ਤੈਨੂੰ ਮੌਤ ਤੋਂ ਭੈ ਨਹੀਂ ਲੱਗੇਗਾ। ਤੈਨੂੰ ਇਹ ਹੋਏਗਾ ਵੀ ਮਰਨਾ ਤੇ ਸੱਚ ਹੈ, ਅੱਜ ਨਹੀਂ ਤਾਂ ਕੱਲ ਸਮਾਂ ਵਾਰੀ ਆਉਣੀ ਹੈ, ਫਿਰ ਇਹਦੇ ਤੋਂ ਡਰਨਾ ਕਾਹਦਾ। ਪਰ ਧਿਆਨ ਰੱਖਿਓ, ਜੇ ਸੰਸਾਰ ਨਾਲ, ਪਦਾਰਥਾਂ ਨਾਲ, ਮਹਿਲ ਮਾੜੀਆਂ ਧਨ ਪਦਾਰਥਾਂ ਨਾਲ ਮੋਹ ਹੋਏਗਾ, ਫਿਰ ਸਾਨੂੰ ਡਰ ਲੱਗੇਗਾ, ਕਿਉਂਕਿ ਅਸੀਂ ਇਹ ਦੁਨੀਆ ਛੱਡਣਾ ਨਹੀਂ ਚਾਹੁੰਦੇ। ਫਿਰ ਇਹ ਧਨ ਪਦਾਰਥ ਜਿਹੜੇ ਆ ਛੱਡਣਾ ਨਹੀਂ ਚਾਹੁੰਦੇ। ਬੰਦਾ ਆਖਿਰਲੇ ਸਾਹ ਤੇ ਮੰਜੇ ਤੇ ਪਿਆ, ਧਿਆਨ ਫਿਰ ਵੀ ਇਹੀ ਹੈ ਕਿ ਮੇਰਾ ਧਨ ਪਦਾਰਥ ਨਾ ਕਿਤੇ ਚਲਾ ਜਾਏ, ਮੇਰੇ ਮਹਿਲ ਮਾੜੀਆਂ ਕਿਤੇ ਚਲੀਆਂ ਨਾ ਜਾਣ। ਭਾਵ ਕਿ ਆਖਰੀ ਦਮ ਨਿਕਲਣ ਤੇ ਆਇਆ, ਪਰ ਹਜੇ ਵੀ ਮੋਹ ਪਦਾਰਥਾਂ ਦਾ ਕਰੀ ਬੈਠਾ, ਜਦ ਕਿ ਪਤਾ ਹੈ ਕਿ ਨਾਂਗੇ ਆਵਨ ਨਾਂਗੇ ਜਾਣਾ। ਪਤਾ ਹੈ ਕਿ ਦੁਨੀਆ ਵਿੱਚ ਨਾ ਇਹ ਧਨ ਪਦਾਰਥ ਲੈ ਕੇ ਆਏ ਆ ਤੇ ਨਾ ਨਾਲ ਲੈ ਕੇ ਜਾਣਾ। ਸਰੀਰ ਨੇ ਜਨਮ ਲਿਆ ਸੀ, ਸਰੀਰ ਵੀ ਇੱਥੇ ਹੀ ਰਹਿ ਗਿਆ। ਜਦੋਂ ਜਨਮ ਹੋਇਆ ਸੀ ਤੇ ਜਿੰਦ ਤੇ ਪਿੰਡ ਇਕੱਠਿਆਂ ਦਾ ਹੀ ਜਨਮ ਹੋਇਆ, ਪਰ ਜਿੱਦਣ ਦੁਨੀਆ ਤੋਂ ਜਾਣਾ, ਪਿੰਡ ਪਿੰਡਾ ਤੇ ਇੱਥੇ ਹੀ ਰਹਿ ਜਾਂਦਾ ਹੈ, ਜਿੰਦ ਉਡਾਰੀ ਮਾਰ ਜਾਂਦੀ ਹੈ। ਜਿਹੜੇ ਰੋਜ਼ ਨਿਤ ਦੇ ਨੇਮ ਵਿੱਚ ਗੁਰਬਾਣੀ ਦਾ ਅਭਿਆਸ ਕਰਦੇ ਨੇ, ਉਹ ਫਿਰ ਮੌਤ ਦਾ ਭੈ ਨਹੀਂ ਰੱਖਦੇ। ਉਹ ਇਸ ਮੌਤ ਦੇ ਭੈ ਦੇ ਵਿੱਚ ਨਹੀਂ ਜਿਉਂਦੇ, ਉਹ ਤਾਂ ਆਨੰਦ ਵਿੱਚ ਜਿਉਂਦੇ ਨੇ। ਉਹ ਸੰਸਾਰ ਦੀ ਪਕੜ, ਸੰਸਾਰ ਦਾ ਮੋਹ ਨਹੀਂ ਪਾਲ ਕੇ ਬੈਠਦੇ, ਉਹ ਤਾਂ ਇਸ ਮੋਹ ਦੀ ਦਲਦਲ ਵਿੱਚੋਂ ਨਿਕਲ ਕੇ ਚੱਲਦੇ ਨੇ। ਕਿਉਂਕਿ ਜਿਸ ਗੁਰੂ ਸਾਹਿਬ ਦੇ ਆਪਾਂ ਚਰਨੀ ਲੱਗੇ ਆ, ਗੁਰੂ ਸਾਹਿਬ ਕਹਿੰਦੇ ਸਿੱਖਾ ਧਿਆਨ ਰੱਖੀ, ਪੰਕਜ ਮੋਹ ਪੱਗ ਨਹੀਂ ਚਾਲੈ। ਜੇ ਤੂੰ ਪੰਕਜ ਮੋਹ ਦੇ ਚਿੱਕੜ ਦਲਦਲ ਵਿੱਚ ਪੈਰ ਰੱਖ ਕੇ ਚੱਲੇਗਾ, ਇੱਕ ਕਦਮ ਵੀ ਤੁਰਿਆ ਨਹੀਂ ਜਾਣਾ। ਪੁੱਛਿਆ ਮਹਾਰਾਜ ਜੀ ਕਿਉਂ ਨਹੀਂ ਤੁਰਿਆ ਜਾਣਾ? ਮਹਾਰਾਜ ਕਹਿੰਦੇ ਹਮ ਦੇਖਾਂ ਤੈਂ ਡੂਬੀ ਵਾਲੇ, ਮੈਂ ਦੇਖੇ ਨੇ ਉਹ ਡੁੱਬਦੇ ਹੀ ਨਜ਼ਰ ਆਏ ਨੇ, ਪਾਰ ਲੰਘਦਾ ਤੇ ਕੋਈ ਨਜ਼ਰ ਨਹੀਂ ਆਇਆ। ਇਸ ਲਈ ਬਾਬਾ ਫਰੀਦ ਸਾਹਿਬ ਜੀ ਵੀ ਸਮਝਾ ਰਹੇ ਨੇ, ਕਹਿਣ ਲੱਗੇ ਫਰੀਦਾ ਮੰਡਪ ਮਾਲ ਨ ਲਾਏ। ਆ ਜਿਹੜਾ ਮਾਲ ਦਾ ਅਰਥ ਹੈ ਧਨ ਪਦਾਰਥ, ਮੰਡਪ ਦਾ ਅਰਥ ਹੈ ਜਿਹੜੇ ਸਾਡੇ ਮਹਿਲ ਮਾੜੀਆਂ ਘਰ-ਬਾਰ, ਨਾ ਲਾਏ। ਇਹਦੇ ਨਾਲ ਤੂੰ ਆਪਣਾ ਚਿੱਤ ਨਾ ਲਾ। ਸਰੀਰ ਤੇਰੀ ਬਹਿਰੂਨੀ ਜ਼ਿੰਦਗੀ ਨਾਸ਼ਵੰਤ ਹੈ, ਤੇ ਜੋ ਤੇਰੇ ਨਾਲ ਜੁੜਿਆ ਉਹ ਵੀ ਨਾਸ਼ਵੰਤ ਹੈ। ਸੱਤ ਕੀ ਹੈ? ਸੱਤ ਤੇਰੇ ਅੰਦਰ ਦੀ ਜਿੰਦ ਹੈ। ਸੱਤ ਜਿਹੜੀ ਅੰਦਰ ਰੱਬੀ ਜੋਤ, ਜਿਹਨੂੰ ਅਸੀਂ ਆਤਮਿਕ ਤਲ ਕਹਿੰਦੇ ਆ, ਉਹ ਸੱਤ ਹੈ। ਬਾਕੀ ਇਹ ਸਭ ਕੁਝ ਨਾਸ਼ਵੰਤ ਹੈ। ਤੇ ਜਿਹੜਾ ਤੇਰੇ ਨਾਲ, ਇਸ ਜਿੰਦ ਦੇ ਨਾਲ ਤੇਰੇ ਨਾਲ ਨਿਭਣਾ, ਉਹੀ ਸੱਤ ਹੈ, ਬਾਕੀ ਸਭ ਕੁਝ ਝੂਠ ਹੈ। ਤਾਂ ਹੀ ਤੇ ਦੋ ਧਨ ਦੀ ਗੱਲ ਗੁਰਬਾਣੀ ਵਿੱਚ ਕੀਤੀ, ਇੱਕ ਸੱਚ ਸੱਚੇ ਦੀ ਤੇ ਇੱਕ ਕੱਚੇ ਦੀ। ਕੱਚੇ ਧਨ ਬਾਰੇ ਆਖਿਆ ਇਹ ਤੇ ਆਉਣਾ ਜਾਣਾ ਹੈ, ਅੱਜ ਆਇਆ ਕੱਲ ਚਲਾ ਗਿਆ, ਅੱਜ ਗਿਆ ਕੱਲ ਨੂੰ ਫਿਰ ਆ ਜਾਏਗਾ। ਕਾਚਾ ਧਨ ਪੁਨ ਆਵੇ ਜਾਏ। ਪਰ ਜਿਹੜਾ ਸੱਚਾ ਧਨ ਹੈ ਉਹ ਹੈ ਪਰਮੇਸ਼ਵਰ ਦਾ ਨਾਮ, ਆ ਰੱਬੀ ਬਾਣੀ ਦਾ ਖਜ਼ਾਨਾ। ਇਹ ਤੇਰੀ ਜਿੰਦ ਨਾਲ ਔੜਕ ਤੱਕ ਨਿਭਣਾ।
ਇਸ ਲਈ ਤੂੰ ਚਿੱਤ ਲਾਉਣਾ ਹੈ ਤੇ ਪਰਮੇਸ਼ਵਰ ਦੇ ਨਾਮ ਦੇ ਨਾਲ ਚਿੱਤ ਲਾ। ਤੂੰ ਚਿੱਤ ਲਾ ਕੇ ਬੈਠਾ ਹੈ ਸੰਸਾਰ ਦੇ ਨਾਲ, ਪਰ ਸੰਸਾਰ ਦਾ ਹਰ ਪਦਾਰਥ ਨਾਸ਼ਵੰਤ ਹੈ। ਸਰੀਰ ਨਾਲ ਜੋ ਵੀ ਜੁੜਿਆ ਉਹ ਸਭ ਨਾਸ਼ਵੰਤ ਹੈ। ਪਰਮੇਸ਼ਵਰ ਦਾ ਨਾਮ ਸਰੀਰ ਨਾਲ ਨਹੀਂ ਜੁੜਿਆ। ਧਿਆਨ ਰੱਖਿਓ, ਗੁਰਬਾਣੀ ਸਰੀਰ ਨਾਲ ਨਹੀਂ ਜੁੜੀ, ਗੁਰਬਾਣੀ ਸਾਡੇ ਮਨ ਆਤਮਾ ਨਾਲ ਜੁੜੀ ਹੈ। ਤੇ ਜਿਹੜੀ ਸਾਡੇ ਮਨ ਆਤਮਾ ਨਾਲ ਜੁੜੀ ਹੈ ਉਹ ਉੜਕ ਤੱਕ ਸਾਡੇ ਨਾਲ ਜਾਣੀ ਹੈ। ਬਸ ਇਸ ਗੱਲ ਨੂੰ ਸਮਝ ਲਈਏ। ਕਹਿਣ ਲੱਗੇ ਤੂੰ ਇਹਦੇ ਨਾਲ ਚਿੱਤ ਨਾ ਲਾ। ਤੂੰ ਠੀਕ ਹੈ ਆਪਣੀ, ਇਹਦਾ ਮਤਲਬ ਇਹ ਨਹੀਂ ਵੀ ਆਪਾਂ ਕਿਰਤ ਕਰਨੀ ਛੱਡ ਦਈਏ ਤੇ ਬਹਿ ਜਾਈਏ ਹੱਥ ਤੇ ਹੱਥ ਧਰ ਕੇ। ਇਹ ਨਹੀਂ ਵੀ ਆਪਾਂ ਘਰ ਛੱਡ ਦਈਏ, ਧੀਆਂ ਪੁੱਤਰ ਪਰਿਵਾਰ ਛੱਡ ਕੇ ਤੇ ਬਹਿ ਜਾਈਏ ਹੱਥ 'ਚ ਮਾਲਾ ਪਕੜ ਕੇ। ਇਹਦਾ ਮਤਲਬ ਇਹ ਵੀ ਨਹੀਂ ਹੈ। ਇਹਦਾ ਮਤਲਬ ਹੈ ਹਾਥ ਪਾਉ ਕਰ ਕਾਮ ਸਭ। ਤੂੰ ਹੱਥ ਪੈਰ ਨਾਲ ਜੋ ਕੰਮ ਆਪਣੀ ਕਿਰਤ ਕਰਦਾ ਕਰ, ਪਰ ਚੇਤ ਨਿਰੰਜਨ ਨਾਲ। ਚਿੱਤ ਤੇਰਾ ਸੰਸਾਰ ਨਾਲ ਨਹੀਂ, ਚਿੱਤ ਤੇਰਾ ਨਿਰੰਕਾਰ ਨਾਲ ਜੁੜਿਆ ਹੋਣਾ ਚਾਹੀਦਾ ਹੈ। ਤੇ ਇਹਦਾ ਤੁਸੀਂ ਆਪ ਆਪਣੇ ਜੀਵਨ 'ਚ ਪ੍ਰੈਕਟੀਕਲ ਕਰਕੇ ਵੇਖੋ। ਅਸੀਂ ਨਾਮ ਤਾਂ ਨਿਰੰਕਾਰ ਦਾ ਜਪ ਰਹੇ ਹਾਂ, ਪਰ ਸਾਡੇ ਅੰਦਰ ਧਿਆਨ ਸੰਸਾਰ ਦਾ ਹੈ। ਖਿਆਲ ਸਾਡੇ ਦੁਨੀਆ ਦੇ ਆ ਰਹੇ ਨੇ, ਫੁਰਨੇ ਅੰਦਰ ਦੁਨੀਆ ਦੇ ਬਣ ਰਹੇ। ਇਹਦਾ ਮਤਲਬ ਚਿੱਤ ਨਿਰੰਕਾਰ ਨਾਲ ਨਹੀਂ, ਚਿੱਤ ਸੰਸਾਰ ਨਾਲ ਜੁੜਿਆ ਹੈ। ਆਪਣੇ ਆਪਣੇ ਅੰਦਰ ਆਪਣਾ ਆਪਣਾ ਮੀਟਰ ਆਪ ਚੈੱਕ ਕਰੋ। ਕਿਸੇ ਨੂੰ ਪੁੱਛਣ ਪਛਾਉਣ ਦੀ ਲੋੜ ਹੀ ਨਹੀਂ। ਕਿ ਜਦੋਂ ਬਾਣੀ ਪੜ੍ਹਦੇ ਆਂ, ਬਾਣੀ ਦਾ ਅਭਿਆਸ ਕਰਦੇ ਆਂ, ਉਦੋਂ ਧਿਆਨ ਸੰਸਾਰ ਦਾ ਹੀ ਕਿਉਂ ਆਉਂਦਾ ਹੈ? ਜਦੋਂ ਅਸੀਂ ਸੰਗਤ ਵਿੱਚ ਕਥਾ ਕੀਰਤਨ ਨਾਲ ਜੁੜਦੇ ਆਂ, ਉਦੋਂ ਬਾਹਰ ਦੇ ਫੁਰਨੇ ਹੀ ਦਿਮਾਗ ਵਿੱਚ ਕਿਉਂ ਚੱਲਦੇ ਆ? ਇਹਦਾ ਮਤਲਬ ਹਜੇ ਚਿੱਤ ਨਿਰੰਕਾਰ ਨਾਲ ਨਹੀਂ ਜੁੜਿਆ, ਹਜੇ ਚਿੱਤ ਸੰਸਾਰ ਨਾਲ ਹੀ ਜੁੜਿਆ ਹੋਇਆ ਹੈ। ਜਿਸ ਦਿਨ ਨਿਰੰਕਾਰ ਨਾਲ ਜੁੜ ਗਿਆ, ਉਸ ਦਿਨ ਤੁਸੀਂ ਸੰਸਾਰ ਵਿੱਚ ਵੀ ਹੋਵੋਗੇ ਨਾ, ਤਾਂ ਵੀ ਤੁਹਾਡੇ ਅੰਦਰ ਯਾਦ ਨਿਰੰਕਾਰ ਦੀ ਹੋਏਗੀ। ਹੁਣ ਤੇ ਆਪਾਂ ਗੁਰੂ ਚਰਨਾਂ ਦੇ ਵਿੱਚ ਨੇੜੇ ਵੀ ਹੋ ਜਾਈਏ, ਪਰ ਹਜੇ ਵੀ ਦਿਮਾਗ ਵਿੱਚ ਯਾਦਾਂ ਸੰਸਾਰ ਦੀਆਂ ਨੇ। ਬਸ ਇੱਥੋਂ ਹੀ ਅੰਦਾਜ਼ਾ ਲਾ ਲੈਣਾ ਵੀ ਚਿੱਤ ਹਜੇ ਜੁੜਿਆ ਕਿ ਨਹੀਂ ਜੁੜਿਆ। ਜੇ ਜੁੜ ਗਿਆ ਫਿਰ ਤੇ ਸਵਾਲ ਹੀ ਨਹੀਂ ਪੈਦਾ ਹੋਏਗਾ। ਫਿਰ ਤੇ ਅੰਦਰ ਖਿਆਲ ਨਿਰੰਕਾਰ ਦੇ ਅੰਦਰ ਆਉਣਗੇ, ਉਹਦੀ ਯਾਦ ਅੰਦਰ ਬਣੀ ਰਹੇਗੀ। ਤੇ ਜੇ ਸੰਸਾਰ ਨਾਲ ਜੁੜਿਆ, ਫਿਰ ਸੰਸਾਰ ਦੀ ਯਾਦ ਜੁੜੀ ਰਹੇਗੀ। ਹੁਣ ਉਹ ਸੱਚ ਤੇ ਝੂਠ ਦਾ ਨਿਰਣਾ ਕਰਕੇ ਸਾਡੇ ਸਾਹਮਣੇ ਰੱਖਿਆ ਤੇ ਸਾਨੂੰ ਸਮਝਾਉਂਦੇ ਨੇ, ਮੰਡਪ ਮਾਲ ਨਾ ਲਾਏ। ਆ ਜਿਹੜੇ ਮੰਡਪ ਨੇ ਜਿਹਦੇ ਵਿੱਚ ਤੂੰ ਰਹਿ ਰਿਹਾ, ਜਾਂ ਇਹ ਸਰੀਰ ਵੀ ਮੰਡਪ ਹੈ। ਥੋੜਾ ਹੋਰ ਧਿਆਨ ਨਾਲ ਸਮਝਿਓ। ਆ ਸਰੀਰ ਮੰਡਪ ਹੈ, ਇਹ ਸਾਡਾ ਮਹਿਲ ਹੈ। ਔਰ ਇਸ ਸਰੀਰ ਵਿੱਚ ਜਿਹੜੀ ਪਾਵਰ ਜਿਹੜੀ ਹੈ ਨਾ, ਜਿਵੇਂ ਅੱਖਾਂ ਵਿੱਚ ਜੋਤ ਹੈ, ਕੰਨਾਂ 'ਚ ਸਰੋਤ ਹੈ, ਬੋਲਣ ਲਈ ਜ਼ੁਬਾਨ ਹੈ, ਇਹ ਧਨ ਹੈ, ਇਹ ਮਾਲ ਧਨ ਹੈ ਸਾਡਾ। ਕਹਿੰਦੇ ਤੂੰ ਇਹਦੇ ਨਾਲ ਚਿੱਤ ਨਾ ਲਾ, ਤੂੰ ਇਸ ਸਰੀਰ ਦੇ ਅੰਦਰ ਜਿਹੜੀ ਰੱਬੀ ਜੋਤ ਹੈ ਉਹਦੇ ਨਾਲ ਚਿੱਤ ਲਾ। ਹੁਣ ਕਹਿ ਕਿਹਨੂੰ ਰਹੇ ਨੇ? ਮਨ ਨੂੰ, ਕਿਉਂਕਿ ਮਨ ਹੀ ਭਟਕਦਾ ਪਿਆ ਨਾ। ਮਨ ਕਰਕੇ ਹੀ ਅੰਦਰ ਫੁਰਨੇ ਬਣ ਰਹੇ, ਖਿਆਲ ਆ ਰਹੇ ਨੇ। ਮਨ ਨੂੰ ਕਹਿੰਦੇ ਆ ਤੂੰ ਆ ਸਰੀਰ ਵਾਲਾ ਮੰਡਪ ਛੱਡ, ਅੰਦਰ ਜਿਹੜੀ ਰੱਬੀ ਜੋਤ ਹੈ ਉਹਦੇ ਵੱਲ ਧਿਆਨ ਦੇ। ਇਹ ਸਰੀਰ ਜਿਹੜਾ ਧਨ ਮਾਲ ਤੈਨੂੰ ਮਿਲਿਆ, ਇਹ ਇੱਕ ਦਿਨ ਮਿੱਟੀ ਹੋ ਜਾਣਾ ਹੈ। ਜਿਹੜਾ ਅੰਦਰ ਰੱਬੀ ਜੋਤ ਹੈ ਉਹਦੇ ਵੱਲ ਧਿਆਨ ਦੇ, ਉਹਨੇ ਨਿਰੰਕਾਰ ਨਾਲ ਜਾ ਕੇ ਮਿਲਣਾ ਹੈ। ਮਿੱਟੀ ਨੇ ਤਾਂ ਮਿੱਟੀ ਵਿੱਚ ਮਿਲ ਜਾਣਾ ਹੈ, ਪਾਣੀ ਨੇ ਪਾਣੀ ਵਿੱਚ, ਹਵਾ ਨੇ ਹਵਾ ਵਿੱਚ ਮਿਲ ਜਾਣਾ। ਤੇ ਰੱਬੀ ਜੋਤ ਨੇ ਕਿੱਥੇ ਮਿਲਣਾ ਹੈ? ਰੱਬੀ ਜੋਤ ਨੇ ਰੱਬ ਵਿੱਚ ਜਾ ਕੇ ਮਿਲਣਾ ਹੈ। ਇਸ ਲਈ ਕਹਿ ਰਹੇ ਨੇ ਕਿ ਮੰਡਪ ਮਾਲ ਨਾ ਲਾਏ। ਕੀ ਕਰੀਏ? ਮਰਗ ਸਤਾਣੀ ਚਿੱਤ ਧਰ। ਜੇ ਤੇਰਾ ਚਿੱਤ ਹਜੇ ਨਿਰੰਕਾਰ ਨਾਲ ਨਹੀਂ ਜੁੜਦਾ ਨਾ, ਤੇ ਉਹਦਾ ਕਾਰਨ ਲੱਭ। ਕਾਰਨ ਕੀ ਹੈ? ਅਸੀਂ ਪੁੱਛਦੇ ਹਾਂ ਦੂਜਿਆਂ ਨੂੰ ਵੀ ਦੱਸੋ ਜੀ ਸਾਡਾ ਚਿੱਤ ਨਹੀਂ ਲੱਗਦਾ। ਦੂਜਾ ਕਿਵੇਂ ਦੱਸੇਗਾ? ਚਿੱਤ ਤੇਰਾ ਨਹੀਂ ਲੱਗਦਾ, ਧਿਆਨ ਤੇਰਾ ਨਹੀਂ ਲੱਗਦਾ ਪਿਆ। ਤੇਰੇ ਦਿਮਾਗ ਵਿੱਚ ਕੀ ਚੱਲਦਾ ਪਿਆ, ਕੀ ਤੇਰੇ ਅੰਦਰ ਖਿਆਲ ਹੈ, ਉਹ ਤੂੰ ਆਪ ਅੰਦਰ ਵੇਖ। ਦੂਜਿਆਂ ਨੂੰ ਪੁੱਛਣ ਨਾਲ ਨਹੀਂ ਗੱਲ ਬਣਨੀ। ਆਪਣੇ ਅੰਦਰ ਵੇਖ ਵੀ ਕਿੱਥੇ ਕਮੀ ਹੈ, ਕੀ ਕਾਰਨ ਹੈ। ਜੇ ਨਹੀਂ ਤਾਂ ਫਿਰ ਗੁਰਬਾਣੀ ਦਾ ਅਭਿਆਸ ਕਰੋ। ਜਦੋਂ ਅਭਿਆਸ ਕਰੋਗੇ ਹਰ ਸਵਾਲ ਦਾ ਜਵਾਬ ਮਿਲ ਜਾਏਗਾ। ਹੁਣ ਬਾਬਾ ਫਰੀਦ ਸਾਹਿਬ ਨੂੰ ਪੁੱਛਿਆ, ਫਰੀਦ ਸਾਹਿਬ ਜੀ ਤੁਸੀਂ ਦੱਸੋ
ਕਹਿੰਦੇ ਮਰਗ ਸਤਾਣੀ ਚਿੱਤ ਧਰ, ਚਿੱਤ ਵਿੱਚ ਮਰਗ ਸਤਾਣੀ ਸਤਾਣੀ, ਤਾਣ ਦੇ ਸਹਿਤ, ਬਲ ਦੇ ਸਹਿਤ ਜੋ ਮਰਗ ਮੌਤ ਹੈ, ਕਹਿੰਦੇ ਤੂੰ ਉਹਨੂੰ ਚਿੱਤ ਵਿੱਚ ਧਰ। ਤੂੰ ਜੇ ਹਜੇ ਸੰਸਾਰ ਨਾਲ ਮੋਹ ਪਾ ਕੇ ਬੈਠਾ ਹੈ, ਸਰੀਰ ਨਾਲ ਮੋਹ ਪਾ ਕੇ ਬੈਠਾ ਹੈ, ਇਹਦਾ ਮਤਲਬ ਤੇਰੇ ਅੰਦਰ ਮੌਤ ਵਿਸਰ ਗਈ, ਤੂੰ ਮਰਨਾ ਵਿਸਾਰ ਦਿੱਤਾ, ਤੂੰ ਮਰਨਾ ਭੁਲਾ ਕੇ ਦੁਨੀਆ ਵਿੱਚ ਜੀ ਰਿਹਾ ਹੈ। ਬਸ ਇਹੀ ਕਾਰਨ ਹੈ, ਜਦੋਂ ਤੂੰ ਮੌਤ ਚੇਤੇ ਰੱਖੇਗਾ ਚਿੱਤ ਆਪੇ ਹੀ ਜੁੜ ਜਾਣਾ ਹੈ। ਜਿਨ੍ਹਾਂ ਨੇ ਪਹਾੜੀ ਰਸਤਾ ਕਦੇ ਤੈਅ ਕੀਤਾ ਹੋਵੇ ਨਾ, ਉਹਨਾਂ ਨੂੰ ਪੁੱਛ ਕੇ ਵੇਖੋ ਚਿੱਤ ਕਿਵੇਂ ਲੱਗਦਾ ਹੈ। ਜਦੋਂ ਇੱਕ ਪਾਸੇ ਪਹਾੜੀ ਤੇ ਇੱਕ ਪਾਸੇ ਖਾਈ ਤੇ ਛੋਟਾ ਜਿਹਾ ਰਸਤਾ ਤੇ ਅੱਗੋਂ ਆ ਜਾਏ ਮੋੜ, ਤੇ ਜਦੋਂ ਮੋੜ ਆਉਂਦਾ ਹੈ ਨਾ, ਤੇ ਮੋੜ ਵੀ ਐਸਾ ਆਉਂਦਾ ਇੱਧਰ ਖਾਈ ਹੁੰਦੀ ਹੈ ਜਿੱਧਰੋਂ ਮੁੜਨਾ ਹੁੰਦਾ ਹੈ, ਤੇ ਜਦੋਂ ਮੁੜਦੀ ਹੈ ਨਾ ਗੱਡੀ ਤੇ ਬਿਲਕੁਲ ਖਾਈ ਦੇ ਕੋਲੋਂ, ਫਿਰ ਦੇਖੋ ਧਿਆਨ ਰੱਬ ਦਾ ਹੀ ਆਉਂਦਾ, ਫਿਰ ਕਿਸੇ ਹੋਰ ਦਾ ਧਿਆਨ ਨਹੀਂ ਆਉਂਦਾ, ਫਿਰ ਕਿਸੇ ਹੋਰ ਦਾ ਖਿਆਲ ਵੀ ਨਹੀਂ ਆਉਂਦਾ। ਜੇ ਨਾਲ ਦਾ ਬੈਠਾ ਕੋਈ ਬੁਲਾਵੇ ਨਾ, ਉਹ ਕਹਿੰਦੇ ਭਰਾਵਾ ਹੁਣ ਨਾ ਬੁਲਾ, ਹੁਣ ਤੇ ਰੱਬ ਨੂੰ ਚੇਤੇ ਕਰਨ ਦੇ, ਹੁਣ ਮੈਨੂੰ ਕੁਝ ਨਹੀਂ ਸੁਝਦਾ ਪਿਆ, ਕਿਉਂਕਿ ਇੱਧਰ ਖਾਈ ਦਿਸਦੀ ਹੈ। ਖਾਈ ਦਾ ਮਤਲਬ ਮੌਤ ਦਿਸਦੀ ਹੈ। ਉਸ ਮੌਤ ਨੇ ਰੱਬ ਚੇਤੇ ਕਰਵਾ ਦਿੱਤਾ। ਇਸ ਤੋਂ ਵੱਡਾ ਪ੍ਰੈਕਟੀਕਲ ਹੋਰ ਕੀ ਹੋ ਸਕਦਾ ਹੈ। ਕਹਿੰਦੇ ਦੇਖ, ਖਾਈ ਕੋਲੋਂ ਜਦੋਂ ਤੂੰ ਗੁਜ਼ਰਨ ਲੱਗਾ, ਤੈਨੂੰ ਕੋਈ ਸਭ ਸੁੱਧ ਬੋਧੀ ਭੁੱਲ ਗਈ, ਸਾਰੇ ਖਿਆਲ ਭੁੱਲ ਗਏ, ਬਸ ਇਹ ਚੇਤੇ ਰਹਿ ਗਿਆ ਵੀ ਹੁਣੇ ਗਿਆ, ਹੁਣੇ ਗਿਆ। ਉਸ ਹੁਣ ਗਏ ਨੇ ਤੈਨੂੰ ਰੱਬ ਨਾਲ ਜੋੜ ਦਿੱਤਾ, ਤੈਨੂੰ ਨਿਰੰਕਾਰ ਨਾਲ ਜੋੜ ਦਿੱਤਾ। ਇਹਦਾ ਮਤਲਬ ਤੂੰ ਮੌਤ ਭੁੱਲ ਗਿਆ ਤੇ ਤੈਨੂੰ ਰੱਬ ਵੀ ਭੁੱਲ ਗਿਆ, ਤੈਨੂੰ ਦੁਨੀਆ ਦੀ ਸੱਚਾਈ ਵੀ ਭੁੱਲ ਗਈ। ਤੂੰ ਝੂਠੀ ਦੁਨੀਆ ਵਿੱਚ ਝੂਠ ਦੇ ਰੰਗਾਂ ਵਿੱਚ ਰੰਗਿਆ ਗਿਆ। ਤੂੰ ਮੌਤ ਨੂੰ ਚੇਤੇ ਰੱਖੇਗਾ, ਤੇਰਾ ਚਿੱਤ ਨਿਰੰਕਾਰ ਵਾਲੇ ਪਾਸਿਓਂ ਹਟੇਗਾ ਹੀ ਨਹੀਂ, ਤੇਰਾ ਸੰਸਾਰ ਵਾਲੇ ਪਾਸੇ ਨੂੰ ਧਿਆਨ ਜਾਏਗਾ ਹੀ ਨਹੀਂ, ਤੇ ਨਿਰੰਕਾਰ ਨਾਲ ਜੁੜਿਆ ਰਹੇਗਾ। ਤੇ ਜੇਕਰ ਸਾਹਿਬ ਮਨੋਂ ਨਾ ਵਿਸਰੈ ਤਾਂ ਸਹਿਲਾ ਮਰਨਾ। ਮਰਨਾ ਤੇ ਹੈ, ਮਰਨਾ ਤੇ ਸੱਚ ਹੈ, ਕਿਉਂਕਿ ਮਰਨ ਲਿਖਾਏ ਮੰਡਲ ਮੈਂ ਆਏ। ਸਾਡਾ ਆਉਣਾ ਹੀ ਦੁਨੀਆ ਵਿੱਚ ਇਸ ਤਰ੍ਹਾਂ ਹੈ ਕਿ ਮਰਨ ਲਿਖਾਏ ਮੰਡਲ ਮੈਂ ਆਏ। ਸਰੀਰ ਦੀ ਇੱਕ ਸੀਮਾ ਹੈ, ਇੱਕ ਇਹਦਾ ਸਮਾਂ ਹੈ, ਇਹਦੀ ਇੱਕ ਲਿਮਟ ਹੈ। ਇੱਕ ਦਿਨ ਇਸ ਸਰੀਰ ਦਾ ਸਮਾਂ ਖਤਮ ਹੋ ਜਾਏਗਾ, ਇਹਦੀ ਜਿਹੜੀ ਲਿਮਟ ਹੈ ਉਹ ਇੱਕ ਦਿਨ ਮੁੱਕ ਜਾਏਗੀ। ਸਰੀਰ ਦੀ ਮਿਆਦ ਇੱਕ ਦਿਨ ਖਤਮ ਹੋ ਜਾਏਗੀ, ਤੇ ਜਿਸ ਦਿਨ ਸਰੀਰ ਦੀ ਮਿਆਦ ਖਤਮ ਹੋ ਗਈ, ਉਸ ਦਿਨ ਕਿਸੇ ਨੇ ਇੱਕ ਮਿੰਟ ਵੀ ਨਹੀਂ ਵਧਾਉਣੀ। ਮਿੰਟ ਵੀ ਚਲੋ ਜ਼ਿਆਦਾ ਹੋਏਗਾ, ਇੱਕ ਪਲ ਵੀ ਨਹੀਂ ਇਹਦੀ ਮਿਆਦ ਵਧਾਈ ਜਾ ਸਕਦੀ। ਫਿਰ ਅਸੀਂ ਕਿਹੜੇ ਭਰਮ ਵਿੱਚ ਜੀ ਰਹੇ ਹਾਂ। ਕਹਿ ਰਹੇ ਨੇ ਕਿ ਮਰਗ ਸਤਾਣੀ, ਜਿਹੜੀ ਮੌਤ ਜਿਹਦੇ ਤੋਂ ਅੱਜ ਤੱਕ ਕੋਈ ਬਚ ਨਹੀਂ ਸਕਿਆ, ਹਰ ਇੱਕ ਨੂੰ ਇਹ ਸਰੀਰ ਕਰਕੇ ਮੌਤ ਦਾ ਸਾਹਮਣਾ ਕਰਨਾ ਪੈਂਦਾ ਹੈ। ਹਾਂ, ਜਿਹਨੇ ਧਿਆਨ ਉਹਦੇ ਵੱਲ ਧਰ ਲਿਆ, ਉਹ ਮੌਤ ਦੀ ਪਰਵਾਹ ਨਹੀਂ ਕਰਦਾ। ਕਿੰਨੇ ਵੱਡੇ ਵੱਡੇ ਸੂਰਮੇ ਜਿਨ੍ਹਾਂ ਨੇ ਮੌਤ ਨੂੰ ਲਲਕਾਰ ਕੇ ਆਖਿਆ ਕਿ ਮੌਤ ਤੂੰ ਆਉਣਾ ਜ਼ਰੂਰ ਹੈ, ਪਰ ਤੂੰ ਸਾਨੂੰ ਡਰਾ ਨਹੀਂ ਸਕਦੀ। ਕਿਉਂਕਿ ਜਿਸ ਘਰ ਵਿੱਚ ਅਸੀਂ ਪੜ੍ਹਾਈ ਪੜ੍ਹੀ ਹੈ ਨਾ, ਉਸ ਘਰ ਵਿੱਚ ਤਾਂ ਪਹਿਲਾ ਸਬਜੈਕਟ ਹੀ ਮੌਤ ਦਾ ਹੈ। ਜਿਸ ਘਰ ਵਿੱਚ, ਕਿਉਂਕਿ ਜਦੋਂ ਦੇਖੋ ਸਿਰਾਂ ਦੇ ਮੁੱਲ ਪੈਂਦੇ ਆ ਤਾਂ ਪੁੱਛਦੇ ਨੇ ਕਿ ਇਹ ਗੁਰੂ ਕਾ ਖਾਲਸਾ, ਗੁਰੂ ਕੇ ਸਿੱਖ ਡਰਦੇ ਨਹੀਂ ਮੌਤ ਤੋਂ? ਜਿੰਨਾ ਇਹਨਾਂ ਨੂੰ ਅਸੀਂ ਮੌਤ ਦਿਖਾਉਂਦੇ ਆ, ਕਿਸੇ ਦਾ ਸਿਰ ਲਾ ਕੇ, ਕਿਸੇ ਨੂੰ ਚਰਖੜੀ ਤੇ ਚਾੜ ਕੇ, ਕਿਸੇ ਨੂੰ ਪੁੱਠਾ ਲਟਕਾ ਕੇ ਉਹਦੀ ਖਲ ਲਾ ਕੇ, ਇਹਨਾਂ ਨੂੰ ਜਿੰਨਾ ਅਸੀਂ ਮੌਤ ਦਾ ਡਰਾਵਾ ਦਿੰਨੇ ਆ, ਇਹ ਉਨੇ ਜ਼ਿਆਦਾ ਹੋਰ ਖਿੜ ਜਾਂਦੇ ਨੇ। ਇਹ ਮੌਤ ਦਾ ਭੈ ਇਹਨਾਂ ਅੰਦਰ ਬਣਦਾ ਹੀ ਨਹੀਂ। ਕਹਿੰਦੇ ਕਿਉਂ? ਕਹਿੰਦੇ ਜਿਸ ਘਰ ਵਿੱਚ ਜਿਸ ਗੁਰੂ ਤੋਂ ਸਿੱਖਿਆ ਲਈ ਆ ਨਾ, ਉਹਨਾਂ ਨੇ ਪਹਿਲਾ ਸਬਜੈਕਟ ਹੀ ਇਹਨਾਂ ਦਾ ਮੌਤ ਦਾ ਰੱਖਿਆ ਸੀ। ਪਹਿਲਾ ਵਿਸ਼ਾ ਹੀ ਮੌਤ ਦਾ ਸੀ ਕਿ ਜੇ ਤੁਸੀਂ ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣੁਕਾ, ਤਉ ਆਓ ਹਮਾਰੇ ਭਾਜੇ। ਜੀਵਨ ਦੀ ਆਸ ਰੱਖੋਗੇ, ਫਿਰ ਤੁਸੀਂ ਧਰਮ ਦੀ ਦੁਨੀਆ 'ਚ ਪੈਰ ਨਹੀਂ ਰੱਖ ਸਕਦੇ। ਫਿਰ ਇਸ ਧਰਮ ਦੀ ਦੁਨੀਆ ਵਿੱਚ ਪੈਰ ਰੱਖ ਕੇ ਚੱਲਣਾ ਬੜਾ ਔਖਾ ਹੈ। ਧਰਮ ਦੀ ਪੌੜੀ ਜਿਹੜੀ ਹੈ, ਇਹਨੂੰ ਚੜ੍ਹਨਾ ਬੜਾ ਔਖਾ ਹੈ। ਤੇ ਜੇ ਤੁਸੀਂ ਜੀਵਨ ਦੀ ਆਸ ਛੱਡ ਕੇ ਚੱਲੋਗੇ, ਹਮ ਆਦਮੀ ਹਾਂ
ਇੱਕ ਦਮੀ ਵਾਲਾ ਵਿਸ਼ਾ ਲੈ ਕੇ ਚੱਲੋਗੇ, ਫਿਰ ਤੁਸੀਂ ਧਰਮ ਦੀ ਪੌੜੀ ਚੜ੍ਹਨੀ ਤੁਹਾਡੇ ਲਈ ਸੌਖੀ ਹੋ ਜਾਏਗੀ। ਇਸ ਲਈ ਕਹਿ ਰਹੇ ਨੇ, ਕਹਿੰਦੇ ਤੂੰ ਧਿਆਨ ਆਪਣਾ ਇਸ ਮੰਡਪ ਮਾਲ ਧਨ ਪਦਾਰਥਾਂ ਵੱਲ ਆਪਣਾ ਜਿਹੜਾ ਉਹ ਧਿਆਨ ਨਾ ਦੇ, ਕਿਉਂਕਿ ਸਾਥ ਨ ਚੱਲੈ ਬਿਨ ਭਜਨ, ਵਿਖਿਆ ਸਗਲੀ ਛਾਰ, ਹਰ ਹਰ ਨਾਮ ਕਮਾਵਣਾ, ਨਾਨਕ ਇਹ ਧਨ ਸਾਰ। ਆ ਜਿਸ ਦੌਰ ਵਿੱਚੋਂ ਆਪਾਂ ਸਮੇਂ ਵਿੱਚੋਂ ਲੰਘ ਰਹੇ ਆ, ਇੱਥੇ ਤਾਂ ਇਹਨੇ ਦੱਸ ਦਿੱਤਾ ਨਾ ਵੀ ਇਹ ਬੜੇ ਬੜੇ ਮਹਿਲ ਕਿਸੇ ਕੰਮ ਨਹੀਂ ਆਉਂਦੇ, ਧਨ ਪਦਾਰਥਾਂ ਦੇ ਲੱਗੇ ਹੋਏ ਢੇਰ ਕਿਸੇ ਕੰਮ ਨਹੀਂ ਆਉਣੇ। ਜਿੱਦਣ ਆ ਭਿਆਨਕ ਕਿਤੇ ਰੋਗ, ਵਾਹਿਗੁਰੂ ਮਿਹਰ ਕਰਨ, ਸਾਡੀ ਤਾਂ ਅਰਦਾਸ ਨਿਤ ਗੁਰੂ ਚਰਨਾਂ ਵਿੱਚ ਹੋ ਰਹੀ ਹੈ ਕਿ ਵਾਹਿਗੁਰੂ ਜੀ ਇਹ ਸਾਰੇ ਰੋਗਾਂ ਤੋਂ ਛੁਟਕਾਰਾ ਹੋ ਜਾਏ। ਪਰ ਕਿਤੇ ਐਸਾ ਰੋਗ ਕਿਤੇ ਲੱਗ ਗਿਆ, ਇਹ ਸਾਰੇ ਧਨ ਪਦਾਰਥ ਕੰਮ ਆਉਣਗੇ? ਕਿਸੇ ਕੰਮ ਨਹੀਂ ਆਉਂਦੇ। ਉਹ ਦੇਖੇ ਨੇ ਸੰਸਾਰ ਵਿੱਚ ਰੋਗੀ ਜਿਨ੍ਹਾਂ ਦੇ ਕੋਲ ਬੇਹਿਸਾਬਾ ਧਨ ਹੈ, ਉਹਨਾਂ ਨੂੰ ਖੁਦ ਨਹੀਂ ਪਤਾ ਸਾਡੇ ਕੋਲ ਧਨ ਕਿੰਨਾ ਹੈ, ਪਰ ਉਸ ਧਨ ਵਿੱਚੋਂ ਇੱਕ ਕੌਡੀ ਵੀ ਉਹਨਾਂ ਦੇ ਕੰਮ ਨਹੀਂ ਆ ਰਹੀ। ਐਸੇ ਭਿਆਨਕ ਰੋਗ ਲੱਗ ਚੁੱਕੇ ਨੇ, ਇੱਕ ਕੌਡੀ ਵੀ ਉਹਨਾਂ ਦੇ ਮਦਦ ਲਈ ਉਹਨਾਂ ਦੇ ਵਾਸਤੇ ਕੰਮ ਨਹੀਂ ਆ ਰਹੀ, ਤੇ ਰੋਂਦੇ ਨੇ। ਉਹ ਕਹਿੰਦੇ ਕੀ ਕਰਨਾ ਅਸੀਂ ਐਡਾ ਧਨ ਮਾਲ ਜਿਹੜਾ ਸਾਡੇ ਔਖੇ ਵੇਲੇ ਕੰਮ ਹੀ ਨਹੀਂ ਆ ਰਿਹਾ। ਠੀਕ ਹੈ, ਇਹਦੇ ਨਾਲ ਗੁਜ਼ਰਾਨ, ਇਹਦੇ ਤੋਂ ਬਿਨਾਂ ਗੁਜ਼ਾਰਾ ਵੀ ਨਹੀਂ, ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ ਸੀ ਦੌਲਤ ਗੁਜ਼ਰਾਨ ਹੈ, ਇਹਦੇ ਨਾਲ ਤੇਰਾ ਗੁਜ਼ਾਰਾ ਚੱਲਦਾ ਰਵੇ, ਤੈਨੂੰ ਕਿਸੇ ਅੱਗੇ ਹੱਥ ਨਾ ਅੱਡਣੇ ਪੈਣ, ਤੈਨੂੰ ਕਿਸੇ ਦੇ ਘਰ ਦਾ ਮੰਗਤਾ ਨਾ ਬਣਨਾ ਪਵੇ, ਤੇਰਾ ਗੁਜ਼ਾਰਾ ਵਧੀਆ ਚੱਲਦਾ ਰਵੇ। ਪਰ ਇਹਦਾ ਮਤਲਬ ਇਹ ਵੀ ਨਹੀਂ ਕਿ ਤੂੰ ਇਹਦੇ ਨਾਲ ਮੋਹ ਪਾ ਕੇ ਬਹਿ ਜਾਏ, ਕਿ ਤੈਨੂੰ ਨਿਰੰਕਾਰ ਦਾ ਧਿਆਨ ਹੀ ਭੁੱਲ ਜਾਏ, ਉਹਦਾ ਖਿਆਲ ਹੀ, ਤੈਨੂੰ ਨਿਤ ਦਾ ਨੇਮ ਹੀ ਭੁੱਲ ਜਾਏ। ਆਪਣੇ ਆਪਣੇ ਜੀਵਨ ਅੰਦਰ ਇਹ ਵੀ ਝਾਤ ਮਾਰੀਏ, ਕਿਸੇ ਨੂੰ ਕਹਿਣ ਦੀ ਲੋੜ ਹੀ ਨਹੀਂ ਹੈ ਕਿ ਜਦੋਂ ਸਾਡੇ ਕੋਲ ਕੱਚੇ ਘਰ ਹੁੰਦੇ ਸੀ, ਕੱਚੀਆਂ ਥਾਵਾਂ ਹੁੰਦੀਆਂ ਸਨ, ਮਿੱਟੀ ਦੇ ਭਾਂਡੇ ਹੁੰਦੇ ਸੀ, ਜ਼ਮੀਨ ਤੇ ਹੀ ਚਾਦਰ ਵਿਛਾ ਕੇ ਸੌਂ ਜਾਣਾ ਜਾਂ ਮੰਜੇ, ਉਦੋਂ ਸਾਡੇ ਕੋਲ ਨਿਤਨੇਮ ਵੀ ਸੀ, ਅੰਮ੍ਰਿਤ ਵੇਲਾ ਵੀ ਸੀ, ਸਮੇਂ ਦੀ ਸੰਭਾਲ ਵੀ ਸੀ। ਹੁਣ ਜਿਵੇਂ ਜਿਵੇਂ ਮਹਿਲ ਵੱਡੇ ਹੁੰਦੇ ਗਏ, ਜਿਵੇਂ ਜਿਵੇਂ ਸੁੱਖ ਸੁਵਿਧਾ ਵੱਧਦੀ ਗਈ, ਹੁਣ ਅੱਖ ਨਹੀਂ ਖੁੱਲਦੀ, ਸੂਰਜ ਚੜ੍ਹ ਜਾਂਦਾ ਤਾਂ ਵੀ ਨਹੀਂ ਅੱਖ ਖੁੱਲਦੀ। ਹੁਣ ਰਾਤ ਨੂੰ ਨੀਂਦ ਨਹੀਂ ਆਉਂਦੀ ਤੇ ਸਵੇਰੇ ਜਾਗ ਨਹੀਂ ਆਉਂਦੀ। ਸਿਸਟਮ ਵਿਗੜ ਗਿਆ ਨਾ। ਕਿਉਂ ਵਿਗੜ ਗਿਆ? ਕਿਉਂਕਿ ਇਸ ਧਨ ਪਦਾਰਥਾਂ ਨੇ ਸਾਡਾ ਰਹਿਣ ਸਹਿਣ, ਠੀਕ ਹੈ ਜ਼ਿੰਦਗੀ ਸਾਡੀ ਭਾਵੇਂ ਸਵਾਰਤੀ, ਸਾਨੂੰ ਵਧੀਆ ਰਹਿਣਾ ਸਹਿਣਾ ਆ ਗਿਆ, ਪਰ ਅੰਦਰ ਦਾ ਸਿਸਟਮ ਤਾਂ ਵਿਗੜ ਗਿਆ। ਬਾਹਰ ਦਾ ਸਿਸਟਮ ਸਵਾਰ ਲਿਆ, ਅੰਦਰ ਦਾ ਵਿਗਾੜ ਲਿਆ, ਫਿਰ ਖੱਟਿਆ ਕੀ ਆਪਾਂ? ਇੱਕ ਪਾਸੇ 50% ਜ਼ਿੰਦਗੀ ਬਾਹਰੋਂ ਸਵਾਰ ਲਈ ਪਰ ਅੰਦਰੋਂ ਵਿਗਾੜ ਲਈ, ਫਿਰ ਬੈਲੈਂਸ ਦਾ ਬਰਾਬਰ ਹੋ ਗਿਆ। ਇਸ ਲਈ ਕਹਿ ਰਹੇ ਨੇ, ਕਹਿਣ ਲੱਗੇ ਤੂੰ ਮੰਡਪ ਮਾਲ ਨਾ ਲਾਏ, ਇਹਦੇ ਨਾਲ ਚਿੱਤ ਨਾ ਲਾ। ਮਰਗ ਸਤਾਣੀ ਚਿੱਤ ਧਰ, ਆਪਣੇ ਚਿੱਤ ਦੇ ਵਿੱਚ ਮਰਗ, ਉਹ ਜਿਹੜੀ ਤਾਣ ਬਲ ਵਾਲੀ ਮੌਤ ਹੈ ਨਾ, ਕਹਿੰਦੇ ਨੇ ਉਹਦਾ ਧਿਆਨ ਆਪਣੇ ਚਿੱਤ ਵਿੱਚ ਧਰ। ਕਿਉਂ ਧਰੀਏ? ਕਈ ਸਵਾਲ ਕਰਦੇ ਨੇ ਵੀ ਕਿਉਂ, ਸਾਨੂੰ ਕੀ ਲੋੜ ਪਈ ਹੈ, ਸਾਨੂੰ ਕੀ ਵਿਪਤਾ ਪਈ ਹੈ, ਅਸੀਂ ਮੌਤ ਨੂੰ ਚੇਤੇ ਰੱਖੀਏ। ਇੱਕ ਵਾਰ ਚੇਤੇ ਹੈ ਕਿ ਗਿਆਨੀ ਸੰਤ ਸਿੰਘ ਮਸਕੀਨ ਦੀ ਸੰਗਰਾਂਦ ਦਾ ਦਿਨ ਸੀ ਤੇ ਸ਼ਬਦ ਦੀ ਵਿਆਖਿਆ ਕੀਤੀ, ਭਾਦੋਏ ਭਰਮ ਭੁਲਾਣੀਆਂ ਦੂਜੇ ਲੱਗਾ, ਹੇਤ ਲੱਖ ਸ਼ਿੰਗਾਰ ਬਣਾਇਆ ਕਾਰਜ ਨਹੀਂ, ਕੇਤ ਜਿਤ ਦਿਨ ਦੇਹ ਬਿਨਸ ਸੀ, ਤਿਤ ਵੇਲੇ ਕਹਿਸਨ ਪ੍ਰੇਤ। ਤੇ ਮੌਤ ਦੀ ਗੱਲ ਕੀਤੀ। ਜਿਨ੍ਹਾਂ ਨੂੰ ਸਮਝ ਆਈ ਉਹਨਾਂ ਤੇ ਕਿਹਾ ਸ਼ੁਕਰ, ਜਿਨ੍ਹਾਂ ਨੂੰ ਨਹੀਂ ਆਈ ਉਹ ਕਹਿੰਦੇ ਤੁਸੀਂ ਤਾਂ ਸਾਡੀ ਸੰਗਰਾਂਦ ਖਰਾਬ ਕਰਤੀ, ਅਸੀਂ ਸੰਗਰਾਂਦ ਤੇ ਸ਼ੁਭ ਦਿਨ ਤੇ ਆਏ ਸਾਂ, ਤੁਸੀਂ ਮੌਤ ਦਾ ਵਿਸ਼ਾ ਲੈ ਕੇ ਬਹਿ ਗਏ। ਪਰ ਗੁਰਬਾਣੀ ਤਾਂ ਕਹਿੰਦੀ ਹੈ ਤੂੰ ਸੌਂਦਿਆਂ ਜਾਗਦਿਆਂ ਉੱਠਦਿਆਂ ਬਹਿੰਦਿਆਂ ਦਿਨ ਰਾਤ ਹਰ ਵੇਲੇ ਮੌਤ ਨੂੰ ਚੇਤੇ ਰੱਖਣਾ। ਪਰ ਨਾ ਸਮਝ ਆਉਣ ਕਰਕੇ ਤੁਸੀਂ, ਕੋਈ ਜਿਹੜਾ ਹੈ ਉਹ ਕਹੇਗਾ ਜੀ ਅਸੀਂ ਤਾਂ ਸਵੇਰੇ ਸਵੇਰੇ ਵਾਹਿਗੁਰੂ ਦਾ ਨਾਮ ਲੈਣ ਆਏ ਸੀ, ਇਹ ਤਾਂ ਗੱਲ ਹੀ ਮੌਤ ਤੋਂ ਸ਼ੁਰੂ ਹੋ ਗਈ, ਵੀ ਹੁਣ ਸਾਰਾ ਦਿਨ ਜਿਹੜਾ ਸਾਡਾ ਬਸ ਇਦਾਂ ਹੀ ਲੰਘ ਜਾਣਾ। ਕਈ ਕਹਿੰਦੇ ਆ, ਮੈਨੂੰ ਮਾਫ ਕਰਨਾ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਜਦੋਂ ਅਸੀਂ ਪ੍ਰਕਾਸ਼ ਕਰਦੇ ਆ ਨਾ, ਤੇ ਜਿਹੜਾ ਹੁਕਮ ਮਰਿਆਦਾ, ਜੋ ਰਹਿਤ ਮਰਿਆਦਾ ਵਿੱਚ ਲਿਖਿਆ, ਅਸੀਂ ਉਸ ਮੁਤਾਬਕ ਹੁਕਮ ਲੈਣਾ ਹੈ।
ਕਿ ਜੇ ਖੱਬੇ ਵਾਲੇ ਪਾਸਿਓਂ ਉੱਪਰੋਂ ਹੁਕਮ ਸ਼ੁਰੂ ਹੁੰਦਾ ਹੈ ਤਾਂ ਉੱਥੋਂ ਅਸੀਂ ਜਿਵੇਂ ਸੋਰਠ ਮਹੱਲਾ ਪੰਜਵਾਂ ਜਾਂ ਧਨਾਸਰੀ ਮਹੱਲਾ ਪੰਜਵਾਂ, ਜੇ ਨਹੀਂ ਉੱਥੋਂ ਸ਼ੁਰੂ ਹੁੰਦਾ ਅੰਗ ਪਰਤਾ ਕੇ ਆਪਾਂ ਸੱਜੇ ਵਾਲੇ ਪਾਸਿਓਂ ਜਿੱਥੋਂ ਸ਼ੁਰੂ ਹੁੰਦਾ ਹੈ ਉੱਥੋਂ। ਤੇ ਕਈ ਵਾਰ ਹੁਕਮ ਅੰਮ੍ਰਿਤ ਵੇਲੇ ਆ ਜਾਏ ਤੇ ਕਈ ਕਹਿੰਦੇ ਆ ਜੀ ਨਹੀਂ ਹੁਕਮ ਦੁਬਾਰਾ ਲਓ ਕਿਉਂਕਿ ਸਵੇਰ ਦਾ ਸਮਾਂ ਖੁਸ਼ੀਆਂ ਦਾ ਹੁੰਦਾ ਹੈ। ਆ ਜਿਹੜਾ ਹੁਕਮ ਲਿਆ ਤੁਸੀਂ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹ ਅਰ ਭੈ ਨਹੀਂ ਜਾਂਕੈ, ਕੰਚਨ ਮਾਟੀ ਮਾਨੈ, ਸਾਨੂੰ ਇਹ ਹੁਕਮ ਨਹੀਂ, ਤੁਸੀਂ ਕੋਈ ਖੁਸ਼ੀਆਂ ਵਾਲਾ ਲਓ। ਜੇ ਆਪੇ ਹੀ ਲੈਣਾ ਫਿਰ ਗੁਰੂ ਦੀ ਕੀ ਲੋੜ ਹੈ? ਜੇ ਆਪਾਂ ਆਪਣੀ ਮਰਜ਼ੀ ਦਾ ਹੀ ਹੁਕਮ ਲੈਣਾ ਤੇ ਫਿਰ ਗੁਰੂ ਦਾ ਫਰਮਾਨ, ਗੁਰੂ ਸਾਹਿਬ ਦਾ ਹੁਕਮ ਤਾਂ ਫਿਰ ਨਹੀਂ, ਇਹ ਗੱਲ ਨਹੀਂ ਬਣਦੀ। ਹੁਕਮ ਗੁਰੂ ਦਾ ਹੋਵੇ ਤੇ ਮਰਜ਼ੀ ਮੇਰੀ ਹੋਵੇ, ਕਿਵੇਂ ਹੋ ਸਕਦਾ ਹੈ? ਹੁਕਮ ਗੁਰੂ ਦਾ ਹੈ ਤੇ ਉਹਦੇ ਹੁਕਮ ਵਿੱਚ ਮਰਜ਼ੀ ਵੀ ਗੁਰੂ ਦੀ ਹੈ। ਜੋ ਹੁਕਮ ਆ ਗਿਆ ਉਹ ਸਾਨੂੰ ਪ੍ਰਵਾਨ ਕਰਨਾ ਚਾਹੀਦਾ ਹੈ। ਜੋ ਹੁਕਮ ਆ ਗਿਆ, ਇਹ ਨਹੀਂ ਕਿ ਹੁਕਮ ਹੋਰ ਆਇਆ ਤੇ ਫਿਰ ਮੈਂ ਅੰਗ 4 ਇੱਧਰ ਕਰ ਦਿੱਤੇ 4 ਇੱਧਰ, ਉਹ ਤਾਂ ਫਿਰ ਗੁਰੂ ਦਾ ਹੁਕਮ ਨਾ ਹੋਇਆ, ਉਹ ਫਿਰ ਮੇਰੀ ਮਰਜ਼ੀ ਹੋਈ। ਇਸ ਲਈ ਕਹਿ ਰਹੇ ਨੇ, ਕਹਿਣ ਲੱਗੇ ਹੁਣ ਕਈ ਕਹਿੰਦੇ ਜੀ ਮੌਤ ਨੂੰ ਕਿਉਂ, ਬਾਬਾ ਫਰੀਦ ਸਾਹਿਬ ਕਹਿੰਦੇ ਮਰਗ ਸਤਾਣੀ ਚਿੱਤ ਧਰ, ਤੂੰ ਮੌਤ ਨੂੰ ਹਰ ਵੇਲੇ ਆਪਣੇ ਚਿੱਤ ਦਾ ਅਰਥ ਕੀ ਹੁੰਦਾ? ਚੇਤਾ, ਜਿੱਥੇ ਹਰ ਗੱਲ ਚੇਤੇ ਰਹਿੰਦੀ ਹੈ। ਤੂੰ ਆਪਣੇ ਚਿੱਤ ਚੇਤੇ ਵਿੱਚ ਹਰ ਵੇਲੇ ਮੌਤ ਨੂੰ ਚੇਤੇ ਰੱਖ। ਤੇ ਕਈ ਕਹਿਣਗੇ ਸਾਨੂੰ ਕੀ ਲੋੜ ਪਈ ਹੈ ਮੌਤ ਚੇਤੇ ਰੱਖਣ ਦੀ? ਕਹਿੰਦੇ ਸਾਈ ਜਾਏ ਸੰਭਾਲ, ਸਾਈ ਜਾਏ ਸੰਭਾਲ ਜਿੱਥੇ ਹੀ ਤੋ ਵੰਜਣਾ, ਵੰਜਣਾ ਇਹ ਲਹਿੰਦੀ ਬੋਲੀ ਹੈ। ਕਹਿੰਦੇ ਤੂੰ ਉਸ ਦੇ ਨਾਮ ਦੀ ਸੰਭਾਲ ਕਰ ਜਿੱਥੇ ਤੂੰ ਵੰਜਣਾ ਹੈ, ਜਿੱਥੇ ਤੂੰ ਜਾਣਾ ਹੈ। ਤੂੰ ਸਰੀਰਕ ਤਲ ਤੇ ਜੀ ਰਿਹਾ, ਤੈਨੂੰ ਪਤਾ ਹੀ ਨਹੀਂ। ਤੈਨੂੰ ਤੇ ਪਤਾ ਹੈ ਮੈਂ ਸਵੇਰੇ ਉੱਠ ਕੇ ਪੂਰਬ ਨੂੰ ਜਾਣਾ, ਮੈਂ ਪੱਛਮ ਨੂੰ ਜਾਣਾ, ਮੈਂ ਦੱਖਣ ਨੂੰ ਜਾਣਾ, ਮੈਂ ਉੱਤਰ ਦਿਸ਼ਾ ਵੱਲ ਨੂੰ ਜਾਣਾ, ਮੈਂ ਤੇ ਫਲਾਣੀ ਥਾਂ ਜਾਣਾ, ਫਲਾਣੀ ਥਾਂ ਜਾਣਾ, ਫਲਾਣੇ ਸ਼ਹਿਰ ਮੁਲਕ ਜਾਣਾ, ਪਰ ਤੈਨੂੰ ਅੰਦਰ ਪਤਾ ਹੀ ਨਹੀਂ ਤੂੰ ਵੰਜਣਾ ਕਿੱਥੇ ਹੈ, ਤੂੰ ਜਾਣਾ ਕਿੱਥੇ ਹੈ। ਸਭਨਾ ਸਹੁਰੇ ਵੰਜਣਾ। ਕਹਿਣ ਲੱਗੇ ਸਾਰਿਆਂ ਨੇ ਉਸ ਸਹੁਰੇ ਘਰ ਨੂੰ ਵੰਜਣਾ ਹੈ। ਸਹੁਰਾ ਘਰ ਕਿਉਂ? ਅਸੀਂ ਤੇ ਕਵਾਂਗੇ ਅਸੀਂ, ਕਿਉਂਕਿ ਹਰ ਥਾਂ ਤੇ ਸਵਾਲ ਖੜਾ ਹੈ। ਬੰਦਾ ਕਹੇਗਾ ਵੀ ਮੈਂ ਤੇ ਮੇਲ ਪੁਰਸ਼ ਹਾਂ, ਮੈਂ ਥੋੜੀ ਸਹੁਰੇ ਵੰਜਣਾ। ਪੇਕਾ ਘਰ ਛੱਡ ਕੇ ਤੇ ਸਹੁਰੇ ਘਰ ਤਾਂ ਬੱਚੀ ਨੂੰ ਆਉਣਾ ਪੈਂਦਾ ਹੈ, ਬੱਚੇ ਨੂੰ ਥੋੜੀ ਆਉਣਾ ਪੈਂਦਾ ਪੇਕਾ ਘਰ ਛੱਡ ਕੇ। ਪਰ ਸਾਹਿਬ ਇੱਥੇ ਕਹਿੰਦੇ ਇਹੀ ਇੱਥੇ ਹੀ ਤਾਂ ਤੂੰ ਮਾਰ ਖਾ ਗਿਆ, ਕਿਉਂਕਿ ਤੂੰ ਸਰੀਰ ਨੂੰ ਮੇਲ ਫੀਮੇਲ ਸਮਝਦਾ ਪਿਆ, ਪਰ ਜਿਹੜੀ ਅੰਦਰ ਰੱਬੀ ਜੋਤ ਹੈ ਉਹ ਤਾਂ ਇਸਤਰੀ ਰੂਪ ਵਿੱਚ ਹੈ। ਗੱਲ ਤੇਰੀ ਨਹੀਂ ਕਿ ਸਭਨਾ ਸਹੁਰੇ ਵੰਜਣਾ, ਗੱਲ ਸਰੀਰ ਦੀ ਨਹੀਂ ਹੈ, ਗੱਲ ਹੈ ਅੰਦਰ ਜਿਹੜੀ ਜਿੰਦ ਹੈ ਉਹਨੇ ਸਹੁਰੇ ਵੰਜਣਾ ਹੈ। ਉਹਨੇ ਆਪਣੇ ਪੇਕੇ ਘਰ ਨੂੰ, ਪੇਕਾ ਘਰ ਕਿਹੜਾ ਹੈ? ਆ ਸੰਸਾਰ, ਇਹ ਲੋਕ, ਜਾਂ ਆ ਸਰੀਰ ਪੇਕਾ ਘਰ ਹੈ। ਇਸ ਸਰੀਰ ਪੇਕੇ ਘਰ ਨੂੰ ਛੱਡ ਕੇ ਨਿਰੰਕਾਰ ਸਹੁਰੇ ਘਰ ਵਿੱਚ ਜਾਣਾ ਹੈ, ਕਿਉਂਕਿ ਸਾਡਾ ਅਸਲ ਕੰਤ ਤਾਂ ਪਰਮੇਸ਼ਵਰ ਹੈ। ਸਾਡੀ ਜਿੰਦ ਦਾ ਕੰਤ ਕੌਣ ਹੈ? ਸਰੀਰ ਦਾ ਕੰਤ ਹੋਰ ਹੈ, ਆਤਮਿਕ ਤਲ ਤੇ ਕੰਤ ਹੋਰ ਹੈ। ਬਸ ਇਹੀ ਗੁਰਬਾਣੀ ਵਿੱਚੋਂ ਆਪਾਂ ਸਮਝਣਾ ਹੈ। ਕਹਿਣ ਲੱਗੇ ਇਹ ਜਿੰਦ ਨੇ ਤੇਰੇ ਜਿਸ ਥਾਂ ਜਾਣਾ ਹੈ ਨਾ, ਤੂੰ ਉਹਦੇ ਨਾਮ ਦੀ, ਹੁਣ ਜਿਹੜੀ ਬੱਚੀ ਦਾ ਜਿੱਥੇ ਰਿਸ਼ਤਾ ਹੋਇਆ ਹੋਵੇ, ਜਿੱਥੇ ਉਹਦਾ ਰਿਸ਼ਤਾ ਤੈਅ ਹੋ ਗਿਆ ਹੋਵੇ, ਉਹਦੇ ਦਿਮਾਗ ਵਿੱਚ ਤਾਂ ਉਹਦਾ ਹੀ ਨਾਮ ਆਏਗਾ, ਧਿਆਨ ਉਹਦਾ ਹੀ ਆਏਗਾ, ਕਿਉਂਕਿ ਅੱਜ ਤੋਂ ਬਾਅਦ ਮੈਂ ਉਹਦੇ ਜੀਵਨ ਦੇ ਨਾਲ ਮੇਰੀ ਸਾਂਝ ਪੈ ਗਈ ਹੈ। ਜਿਸ ਦਿਨ ਕਹਿੰਦੇ ਤੇਰੀ ਸਾਂਝ ਪੈ ਗਈ ਨਾ, ਉਸ ਦਿਨ ਤੂੰ ਵੀ ਕਹੇਗਾ ਕਿ ਮੇਰੇ ਮਾਲਕਾ ਜੀ ਹੱਬੇ ਸਾਕ ਕੂੜਾਵੇ ਡਿੱਠੇ ਤੇ ਪੱਲੇ ਟੈਂਡੇ ਲਾਗੀ। ਜਿਸ ਦਿਨ ਤੇਰੀ ਜਿੰਦ ਨੇ ਅਸਲ ਸੱਚ ਨੂੰ ਸਮਝ ਲਿਆ, ਇਹ ਸਾਰੇ ਰਿਸ਼ਤੇ ਕੂੜਾਵੇ ਨਜ਼ਰ ਆਉਣਗੇ, ਕਿਉਂਕਿ ਖੇਡ ਤਨ ਦੀ ਨਹੀਂ, ਖੇਡ ਅੰਦਰ ਦੀ ਜਿੰਦ ਦੀ ਹੈ। ਇਸ ਲਈ ਸਾਡੇ ਚਿੱਤ ਵਿੱਚ ਹੁਣ ਚੇਤਾ ਕੋਈ ਹੋਰ ਆ ਗਿਆ, ਉਹ ਵੱਖਰੀ ਗੱਲ ਹੈ। ਇੱਥੇ ਆ ਕੇ ਫਿਰ ਦੁਹਾਗਣ ਵਾਲੀ ਅਵਸਥਾ ਹੋ ਗਈ, ਕਿਉਂਕਿ ਚੇਤਾ ਕੋਈ ਹੋਰ ਆ ਰਿਹਾ, ਵੰਜਣਾ ਕਿਤੇ ਹੋਰ ਹੈ, ਜਾਣਾ ਕਿਤੇ ਹੋਰ ਹੈ। ਬਾਬਾ ਫਰੀਦ ਸਾਹਿਬ ਕਹਿੰਦੇ ਸਾਈ ਜਾਏ ਸੰਭਾਲ, ਉਸ ਪਰਮੇਸ਼ਵਰ ਦੇ ਨਾਮ ਦੀ ਸੰਭਾਲ ਕਰ ਜਿੱਥੇ ਹੀ ਤਉ ਵੰਜਣਾ, ਜਿੱਥੇ ਤੂੰ ਜਾਣਾ ਹੈ। ਇਸ ਲਈ ਤੂੰ ਹਰ ਵੇਲੇ ਮੌਤ ਨੂੰ ਚੇਤੇ ਰੱਖ,
ਕਿ ਇੱਕ ਦਿਨ ਸਰੀਰਕ ਝੋਲਾ ਤਿਆਗ ਕੇ ਮੈਂ ਨਿਰੰਕਾਰ ਦੇ ਦੇਸ਼ ਵੱਲ ਨੂੰ ਚੱਲਣਾ, ਪਰ ਜੇ ਮੇਰੇ ਪੱਲੇ ਕੁਝ ਹੋਏਗਾ ਮੈਂ ਤਾਂ ਹੀ ਜਾਣਾ ਹੈ। ਅੱਜ ਘਰ ਦੇ ਵਿੱਚ ਮਾਂ ਕਹਿ ਰਹੀ ਹੈ, ਧੀਏ ਤੂੰ ਸਦਾ ਸਾਡੇ ਕੋਲ ਨਹੀਂ ਰਹਿਣਾ, ਇੱਕ ਦਿਨ ਪੇਕਾ ਘਰ ਛੱਡ ਕੇ ਤੈਨੂੰ ਸਹੁਰੇ ਘਰ ਜਾਣਾ ਪੈਣਾ ਹੈ। ਤੂੰ ਕੁਝ ਗੁਣ ਲੈ ਲੈ ਚੰਗੇ, ਕੁਝ ਚੰਗੀ ਸਿੱਖਿਆ ਲੈ ਲੈ। ਜੋ ਮੈਂ ਆਪਣੇ ਜੀਵਨ ਦੇ ਵਿੱਚ ਚੰਗੀ ਸਿੱਖਿਆ ਆਪਣੇ ਪੇਕੇ ਘਰੋਂ ਲੈ ਕੇ ਆਈ ਸਾਂ, ਅੱਜ ਮੈਂ ਤੇਰੀ ਝੋਲੀ ਵਿੱਚ ਉਹ ਪਾਉਣਾ ਚਾਹੁੰਦੀ ਹਾਂ। ਤੂੰ ਚੰਗੇ ਗੁਣ ਲੈ ਕੇ ਜਾ, ਚੰਗੀ ਸਿੱਖਿਆ ਲੈ ਕੇ ਜਾ। ਜਦੋਂ ਸਹੁਰੇ ਘਰ ਜਾਏ ਤਾਂ ਤੇਰੀ ਵੀ ਸ਼ੋਭਾ ਹੋਏਗੀ, ਮੇਰੀ ਵੀ ਸ਼ੋਭਾ ਹੋਏਗੀ। ਤੈਨੂੰ ਵੀ ਮਾਣ ਵਡਿਆਈ ਮਿਲੇਗੀ, ਮੈਨੂੰ ਵੀ ਮਾਣ ਵਡਿਆਈ ਮਿਲੇਗੀ। ਪਰ ਧੀ ਨੇ ਆਖਿਆ, ਮਾਂ ਕੋਈ ਗੱਲ ਨਹੀਂ, ਚਿੰਤਾ ਨਾ ਕਰ, ਜਦੋਂ ਜਾਣਾ ਹੈ ਉਦੋਂ ਵੇਖਾਂਗੇ। ਤੇ ਜਦੋਂ ਟਾਈਮ ਆ ਗਿਆ ਉਦੋਂ ਪੱਲੇ ਕੱਖ ਨਹੀਂ। ਜਦੋਂ ਚੱਲਣ ਦਾ ਸਮਾਂ ਆ ਗਿਆ, ਡੋਲੀ ਚੱਲਣ ਦਾ ਸਮਾਂ ਆਇਆ, ਉਦੋਂ ਪੱਲੇ ਕੱਖ ਨਹੀਂ ਸੀ। ਤੇ ਫਿਰ ਖਾਲੀ ਹੱਥ ਜਦੋਂ ਸਹੁਰੇ ਘਰ ਗਏ ਤੇ ਕੋਈ ਗੁਣ ਨਹੀਂ ਸੀ। ਪਰ ਸਾਡੀ ਵੀ ਇੱਕ ਨਾ ਬੁਰਾਈ ਹੈ ਸਮਾਜ ਦੀ ਕਿ ਉਹਦੇ ਕੋਲ ਗੁਣ ਭਾਵੇਂ ਨਾ ਹੋਣ ਪਰ ਦਾਜ ਹੋਣਾ ਚਾਹੀਦਾ। ਸਾਡੀ ਹਾਲਤ ਹੀ ਇਹ ਸਮਾਜ ਦੀ ਬੁਰਾਈ ਹੈ ਕਿ ਧੀ ਦੇ ਕੋਲ ਚੰਗੇ ਗੁਣ ਸੰਸਕਾਰ ਚੰਗੇ ਹੋਣ ਨਾ ਹੋਣ, ਪਰ ਉਹਦੇ ਕੋਲ ਦਾਜ ਚੰਗਾ ਹੋਣਾ ਚਾਹੀਦਾ। ਅਸੀਂ ਇਹ ਵੇਖਦੇ ਹਾਂ, ਇਹ ਦਾਜ ਪ੍ਰਥਾ ਨੂੰ ਖਤਮ ਕਰਕੇ, ਕਿਉਂਕਿ ਕਿਤੇ ਨਾ ਕਿਤੇ ਅੱਜ ਵੀ ਇੰਨੀ ਪੜ੍ਹੀ ਲਿਖੀ ਜਾਗਰਤਾ ਦੁਨੀਆ ਵਿੱਚ ਅੱਜ ਵੀ ਕਿਤੇ ਨਾ ਕਿਤੇ ਕੋਈ ਕੇਸ ਆਉਂਦਾ ਹੈ ਕਿ ਫਲਾਣੀ ਧੀ ਨੇ ਫਾਹਾ ਲੈ ਲਿਆ, ਫਲਾਣੀ ਧੀ ਨੂੰ ਮਾਰ ਕੁੱਟ ਕੇ ਘਰੋਂ ਕੱਢ ਦਿੱਤਾ ਗਿਆ। ਕਾਰਨ ਕੀ ਸੀ? ਪੇਕੇ ਘਰੋਂ ਲੈ ਕੇ ਕੁਛ ਨਹੀਂ ਆਈ। ਇਸ ਬੁਰਾਈ ਨੂੰ ਸਮਾਜ ਵਿੱਚੋਂ ਖਤਮ ਕਰਕੇ ਇੱਕ ਚੰਗੇ ਨੇਕ ਜੀਵਨ ਬਣਾਉਣ ਵਾਸਤੇ, ਸਮਾਜ ਵਿੱਚ ਚੰਗਿਆਈ ਲਿਆਉਣ ਲਈ ਜਦੋਂ ਰਿਸ਼ਤੇ ਕਰਦੇ ਆ ਉਦੋਂ ਧਨ ਪਦਾਰਥ ਨਾ ਵੇਖਿਆ ਕਰੀਏ, ਦੋਵਾਂ ਦੇ ਗੁਣ ਵੇਖਿਆ ਕਰੀਏ ਕਿ ਦੋਵਾਂ ਵਿੱਚ ਗੁਣ ਕਿੰਨੇ ਕੁ ਨੇ, ਕਿੰਨੇ ਕੁ ਇਹ ਗੁਣਾਂ ਦੇ ਮਾਲਕ ਨੇ, ਇਹਨਾਂ ਵਿੱਚ ਚੰਗੇ ਸੰਸਕਾਰ ਕਿੰਨੇ ਨੇ। ਪਰ ਅਸੀਂ ਵੇਖਦੇ ਹਾਂ ਇਹਦਾ ਧਨ ਪਦਾਰਥ ਕਿੰਨਾ ਕੁ ਹੈ। ਗੁਰੂ ਅਮਰਦਾਸ ਜੀ ਨੇ ਜਿਸ ਦਿਨ ਆਪਣੀ ਸਪੁੱਤਰੀ ਬੀਬੀ ਭਾਨੀ ਜੀ ਨੂੰ ਵਿਆਹਿਆ ਤੇ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਕਿਹੜਾ ਘਰ-ਬਾਰ ਵੇਖਿਆ ਸੀ, ਕਿਹੜੀ ਜ਼ਮੀਨ ਤੇ ਜਾਇਦਾਦ ਵੇਖੀ ਸੀ, ਕੀ ਵੇਖਿਆ ਸੀ? ਸ਼ੁਭ ਗੁਣ ਵੇਖੇ, ਅੰਦਰ ਦੇ ਚੰਗੇ ਸੰਸਕਾਰ ਵੇਖੇ ਕਿ ਇਸ ਘਰ ਵਿੱਚ ਧੀ ਕਿੰਨਾ ਕੁ ਖੁਸ਼ ਰਹੇਗੀ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਦੋਂ ਆਪਣੀ ਸਪੁੱਤਰੀ ਬੀਬੀ ਵੀਰੋ ਜੀ ਦੇ ਲਈ ਵਰ ਲੱਭਿਆ ਤੇ ਕਿਹੜਾ ਉਹਨਾਂ ਨੇ ਜ਼ਮੀਨ ਜਾਇਦਾਦ ਵੇਖੀ ਸੀ? ਉਹ ਸੰਗਤ ਵਿੱਚ ਪਿਓ ਪੁੱਤਰ ਬੈਠੇ ਨੇ ਜਿਹੜੇ ਆਸ ਰੱਖ ਕੇ ਆਏ ਨੇ ਕਿ ਗੁਰੂ ਨਾਨਕ ਸਾਹਿਬ ਦੇ ਘਰ, ਗੁਰੂ ਰਾਮਦਾਸ ਜੀ ਦੇ ਘਰ ਬੜੀਆਂ ਬਖਸ਼ਿਸ਼ਾਂ ਵਰਤਦੀਆਂ। ਇਸ ਲਈ ਇਹ ਅੰਦਰ ਜਿਹੜੀ ਸਾਡੀ ਨਿਮਾਣੀ ਜਿੰਦ ਹੈ, ਇਹਨੂੰ ਵੀ ਕੁਝ ਗੁਣ ਚਾਹੀਦੇ ਨੇ। ਇਹ ਗੁਣ ਲੈ ਕੇ ਇਹਨੇ ਮਾਲਕ ਦੇ ਘਰ ਜਾਣਾ, ਤੇ ਜੇ ਇਹਦੇ ਕੋਲ ਸ਼ੁਭ ਗੁਣ ਨਾ ਹੋਏ ਤੇ ਮਾਲਕ ਦੇ ਘਰ ਢੋਈ ਕੋਈ ਨਹੀਂ ਬਣਨੀ। ਫਿਰ ਇਹ ਆਵਾਗਮਨ ਇਹਦਾ ਮੁੱਕਣਾ ਕੋਈ ਨਹੀਂ। ਇਸ ਲਈ ਕਹਿ ਰਹੇ ਨੇ, ਤੂੰ ਜਿੱਥੇ ਹੀ ਤਉ ਵੰਜਣਾ, ਜਿੱਥੇ ਤੂੰ ਵੰਜਣਾ, ਜਿੱਥੇ ਤੂੰ ਜਿੰਦ ਕਰਕੇ ਜਾਣਾ ਹੈ ਉਹਦਾ ਖਿਆਲ ਕਰ, ਉਹਦਾ ਚੇਤਾ ਕਰ ਕਿ ਉੱਥੇ ਸ਼ੁਭ ਗੁਣ ਹੋਣਗੇ ਤਾਂ ਵਾਸਾ ਹੋਣਾ ਹੈ। ਉੱਥੇ ਚੰਗੇ ਗੁਣ ਚੰਗੇ ਨੇਕ ਕੰਮ ਹੋਣਗੇ ਤਾਂ ਉੱਥੇ ਵਸੇਵਾ ਹੋਣਾ। ਤੇ ਜੇ ਮੇਰੇ ਕੋਲ ਚੰਗੇ ਗੁਣ ਨਾ ਹੋਏ ਤੇ ਉੱਥੇ ਵਸੇਵਾ ਕੋਈ ਨਹੀਂ ਹੋਣਾ, ਫਿਰ ਵਾਪਸ ਮੁੜਨਾ ਪੈਣਾ। ਇਸ ਲਈ ਬਾਬਾ ਫਰੀਦ ਸਾਹਿਬ ਕਹਿੰਦੇ ਆ ਕਿ ਤੂੰ ਮਰਗ ਸਤਾਣੀ ਚਿੱਤ ਧਰ। ਤੂੰ ਆਪਣੇ ਚੇਤੇ ਵਿੱਚ, ਚਿੱਤ ਵਿੱਚ ਮੌਤ ਜਿਹੜੀ ਬੱਲ ਵਾਲੀ ਹੈ ਉਹਨੂੰ ਚੇਤੇ ਰੱਖ ਕਿ ਅੱਜ ਨਹੀਂ ਕੱਲ, ਅੱਜ ਨਹੀਂ ਕੱਲ ਬਿਨਸ ਜਾਣਾ ਹੈ। ਜੋ ਉਪਜਿਓ ਸੋ ਬਿਨਸ ਹੈ, ਪਰੋਂ ਆਜ ਕੈ ਕਾਲ। ਨਾਨਕ ਹਰ ਗੁਣ ਗਾਏ ਲੈ ਛਾੜ ਸਗਲ ਜੰਜਾਲ। ਇਹ ਜੰਜਾਲ ਛੱਡ ਤੇ ਉਸ ਮਾਲਕ ਦੇ ਗੁਣ ਜਿਹੜੇ ਆ ਉਹ ਗਾ, ਤਾਂ ਗਾਏਗਾ ਜੇ ਪਤਾ ਹੋਵੇ ਕਿ ਮੈਂ ਜਾਣਾ ਕਿੱਧਰ ਹੈ। ਸਾਨੂੰ ਇਹ ਭੁੱਲ ਗਿਆ, ਸਾਨੂੰ ਤੇ ਸਰੀਰ ਦਾ ਪਤਾ ਹੈ ਕਿ ਅੱਜ ਮੈਂ ਇੱਧਰ ਜਾਣਾ ਹੈ, ਕੱਲ ਉੱਧਰ ਜਾਣਾ, ਪਰਸੋਂ ਪਲੈਨਿੰਗ ਕੀਤੀ ਹੋਈ ਹੈ ਨਾ ਸਾਰੀ। ਅੱਜ ਇਸ ਹਫਤੇ ਇੱਧਰ ਜਾਣਾ ਹੈ, ਅਗਲੇ ਹਫਤੇ ਉੱਧਰ ਜਾਣਾ ਹੈ, ਇਹ ਮਹੀਨੇ ਉੱਥੇ ਜਾਣਾ, ਪਰ ਅੰਦਰ ਦਾ ਚੇਤਾ ਹੀ ਨਹੀਂ ਕਿ ਮੈਂ ਜਾਣਾ ਕਿੱਥੇ ਹੈ। ਅੰਦਰ ਦਾ ਚੇਤਾ ਹੀ ਨਹੀਂ ਹੈ ਕਿ ਮੈਂ ਨਿਮਾਣੀ ਜਿੰਦ ਕਰਕੇ ਕਿਸ ਪਾਸੇ ਨੂੰ ਜਾਣਾ, ਕਿਉਂਕਿ ਇਹਨਾਂ ਰੰਗਾਂ ਨੇ ਐਸਾ ਮੋਹ ਲਿਆ ਕਿ ਸਾਨੂੰ ਅੰਦਰ ਦਾ ਖਿਆਲ ਹੀ ਕੋਈ ਨਹੀਂ ਰਿਹਾ।
ਕਿ ਦੁਨੀਆ ਦੀਆਂ ਖੁਸ਼ੀਆਂ ਵਿੱਚ ਹੀ ਇੰਨੇ ਮਸਤ ਹੋ ਗਏ ਕਿ ਸਾਨੂੰ ਅੰਦਰ ਦਾ ਧਿਆਨ ਹੀ ਨਹੀਂ ਰਿਹਾ। ਇਹ ਵੀ ਤੁਸੀਂ ਪ੍ਰੈਕਟੀਕਲ ਕਰਕੇ ਵੇਖ ਸਕਦੇ ਹੋ। ਜਦੋਂ ਬਹੁਤ ਸਾਰੀਆਂ ਖੁਸ਼ੀਆਂ ਘਰ ਵਿੱਚ ਆ ਜਾਣ ਤੇ ਕੋਈ ਨਾ ਕੋਈ ਗੱਲ ਤਾਂ ਤੁਸੀਂ ਭੁੱਲ ਹੀ ਜਾਂਦੇ ਹੋ, ਤੇ ਜਦੋਂ ਚੇਤੇ ਆਉਂਦੀ ਉਦੋਂ ਸਮਾਂ ਨਿਕਲ ਜਾਂਦਾ ਹੈ ਤੇ ਬੰਦਾ ਕਹਿੰਦਾ ਖੁਸ਼ੀਆਂ ਵਿੱਚ ਮੈਨੂੰ ਪਤਾ ਹੀ ਨਹੀਂ ਲੱਗਾ, ਆਹ ਗੱਲ ਤੇ ਮੈਂ ਭੁੱਲ ਹੀ ਗਿਆ ਸਾਂ। ਬਸ ਇਹੀ ਹੈ ਕਿ ਬੰਦਿਆ, ਪ੍ਰਾਣੀ ਤੂੰ ਆਇਆ ਲਾਹਾ ਲੈਣ, ਬਸ ਆ ਲਾਹਾ ਲੈਣਾ ਹੀ ਤੂੰ ਭੁੱਲ ਗਿਆ। ਤੈਨੂੰ ਬਾਹਰ ਦਾ ਧਿਆਨ ਰਹਿ ਗਿਆ, ਬਾਹਰ ਦਾ ਖਿਆਲ ਰਹਿ ਗਿਆ। ਉਸ ਬਾਹਰ ਦੇ ਖਿਆਲ ਵਿੱਚ ਤੈਨੂੰ ਇਹੀ ਸੀ ਕਿ ਮੈਂ ਲਾਹਾ ਬਾਹਰੋਂ ਕਿਵੇਂ ਖੱਟਣਾ, ਕਿਵੇਂ ਲੈਣਾ, ਕੀ ਕੁਝ ਇਕੱਠਾ ਕਰਨਾ। ਸਾਰੀ ਉਮਰ ਇਸ ਪਾਸੇ ਹੀ ਤੁਰਦਾ ਰਿਹਾ। ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿਤ ਕੋ ਫਕੜੇ ਸਭ ਮੁੱਕਦੀ ਚੱਲੀ ਰਹਿਣ। ਤੇਰੀ ਜ਼ਿੰਦਗੀ ਦੀ ਰਾਤ ਇਧਰੋਂ ਮੁੱਕਣ ਤੇ ਆ ਗਈ, ਪਰ ਤੈਨੂੰ ਹਜੇ ਚੇਤੇ ਵੀ ਨਹੀਂ ਆਇਆ ਤੂੰ ਲਾਹਾ ਲੈਣ ਆਇਆ। ਤੂੰ ਦੁਨੀਆ ਵਿੱਚ ਆਇਆ ਕਾਹਦੇ ਲਈ ਹੈ? ਜਿਨੀ ਐਸਾ ਨਾਮ ਨਾ ਚੇਤਿਓ ਸੇ ਕਾਹੇ ਜਗ ਆਇਆ ਰਾਮ ਰਾਜੇ। ਮਹਾਰਾਜ ਕਹਿੰਦੇ ਜਿਹਨੂੰ ਨਾਮ ਹੀ ਚੇਤੇ ਨਹੀਂ ਆਇਆ, ਜਿਹਨੂੰ ਖਸਮ ਹੀ ਚੇਤੇ ਨਹੀਂ ਆਇਆ, ਜਿਹਨੂੰ ਉਹ ਰੱਬ ਮਾਲਕ ਹੀ ਚੇਤੇ ਨਹੀਂ ਆਇਆ, ਕਹਿੰਦੇ ਫਿਰ ਉਹ ਆਇਆ ਕਾਹਦੇ ਲਈ ਸੀ ਦੁਨੀਆ ਵਿੱਚ। ਬਾਬਾ ਫਰੀਦ ਸਾਹਿਬ ਜੀ ਇਸ ਸ਼ਲੋਕ ਵਿੱਚ ਇਹ ਸਮਝਾਉਣ ਦਾ ਯਤਨ ਕਰ ਰਹੇ ਹਨ। ਫਰੀਦਾ ਜਿਨਹੀ ਕਮੀ ਨਾਹੇ ਗੁਣ, ਤੇ ਕਮੜੇ ਵਿਸਾਰ। ਫਿਰ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਕਿ ਤੂੰ ਆਪਣੇ ਰਾਹ ਤੋਂ ਭਟਕ ਕੇ ਕੁਰਾਹੇ ਪੈ ਗਿਆ, ਤੇ ਕੁਰਾਹੇ ਪੈਣ ਦੇ ਨਾਲ ਕੀ ਹੋਇਆ? ਤੂੰ ਉਹ ਕੰਮ ਕੀਤੇ ਜਿਹਦੇ ਵਿੱਚ ਅਵਗਣ ਹੀ ਅਵਗਣ ਸੀ। ਤੂੰ ਉਹ ਕੰਮ ਕੀਤੇ ਜਿੱਥੇ ਮੱਥੇ ਤੇ ਕਲੰਕ ਹੀ ਕਲੰਕ ਲੱਗਣਾ ਸੀ, ਜਿੱਥੇ ਤੇਰੇ ਜੀਵਨ ਦੇ ਅੰਦਰ ਦਾਗ ਹੀ ਦਾਗ ਲੱਗਣੇ, ਦੋਸ਼ ਹੀ ਦੋਸ਼ ਲੱਗਣੇ ਸੀ, ਜਿੱਥੇ ਤੂੰ ਕਹਿਣ ਲੱਗੇ ਅਵਗਣ ਹੀ ਅਵਗਣ ਸੀ, ਗੁਣ ਤੇਰੇ ਪੱਲੇ ਨਹੀਂ ਸੀ, ਤੂੰ ਕੁਰਾਹੇ ਪੈ ਗਿਆ। ਹੁਣ ਜੇ ਤੂੰ ਕਿਤੇ ਤੈਨੂੰ ਸਮਝ ਆ ਗਈ ਹੈ ਕਿ ਜਿੱਥੇ ਹੀ ਤੋ ਵੰਝਣਾ, ਜਿੱਥੇ ਤੂੰ ਜਾਣਾ ਨਾ ਉੱਥੇ ਅਵਗਣ ਨਹੀਂ ਜਾਂਦੇ, ਉੱਥੇ ਬੁਰਾਈਆਂ ਨਹੀਂ ਜਾਂਦੀਆਂ, ਉੱਥੇ ਮਾੜੇ ਕਰਮ ਜਿਹੜੇ ਨੇ ਇਹ ਨਹੀਂ ਲੈ ਕੇ ਜਾ ਸਕਦੇ, ਅਵਗਣ ਲਿਜਾ ਹੀ ਨਹੀਂ ਸਕਦੇ। ਤੁਸੀਂ ਭਗਤੀ ਕਰਨ ਬੈਠੋ, ਨਾਮ ਨਿਤਨੇਮ ਕਰਨ ਬੈਠੋ, ਜੇ ਅੰਦਰ ਅਵਗਣਾਂ ਨਾਲ ਭਰਿਆ ਹੋਏਗਾ ਤੁਹਾਡਾ ਚਿੱਤ ਅੰਦਰ ਲੱਗੇਗਾ ਹੀ ਨਹੀਂ, ਸੁਰਤ ਟਿਕੇਗੀ ਨਹੀਂ, ਅਵਗਣਾਂ ਨੇ ਤੁਹਾਨੂੰ ਟਿਕਣ ਹੀ ਨਹੀਂ ਦੇਣਾ, ਕਿਉਂਕਿ ਵਿਣ ਗੁਣ ਕੀਤੇ ਭਗਤ ਨਾ ਹੋਏ। ਤੇ ਅੰਦਰ ਆਪਣੇ ਗਿਰੇਵਾਨ ਵਿੱਚ ਝਾਤੀ ਮਾਰ ਕੇ ਵੇਖੀਏ। ਇਹ ਗੱਲ ਸਾਨੂੰ ਬਾਬਾ ਫਰੀਦ ਸਾਹਿਬ ਜੀ ਨੇ ਪਹਿਲਾਂ ਸਮਝਾ ਦਿੱਤੀ ਹੈ ਕਿ ਆਪ ਨੜੇ ਗਿਰੇਵਾਨ ਮੈਂ ਸਿਰ ਨੀਵਾ ਕਰ ਦੇਖ। ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ, ਆਪ ਨੜੇ ਗਿਰੇਵਾਨ ਮੈਂ ਸਿਰ ਨੀਵਾ ਕਰ ਦੇਖ। ਤੇ ਅੰਦਰ ਜਿੱਦਨ ਦੇਖੇ, ਪਹਿਲਾਂ ਤੇ ਦੂਜਿਆਂ ਵੱਲ ਹੀ ਵੇਖਦੇ ਰਹੇ, ਸਾਰੀ ਉਮਰ ਤਾਂ ਦੂਜਿਆਂ ਵੱਲ ਵੇਖਦਿਆਂ ਹੀ ਲੰਘ ਗਈ, ਫਲਾਣਾ ਇਦਾਂ ਹੈ, ਫਲਾਣਾ ਇਦਾਂ, ਫਲਾਣਾ ਇਦਾਂ। ਪਰ ਜਿੱਦਨ ਅੰਦਰ ਆਪਣੇ ਗਿਰੀਵਾਨ ਵਿੱਚ ਵੇਖਿਆ ਤਾਂ ਪਤਾ ਲੱਗਾ ਹਮ ਅਵਗਣ ਭਰੇ ਏਕ ਗੁਣ ਨਹੀਂ, ਇੱਕ ਵੀ ਗੁਣ ਨਹੀਂ ਅੰਦਰ। ਤੇ ਜਿੱਥੇ ਵੰਝਣਾ, ਜਿੱਥੇ ਜਾਣਾ, ਉੱਥੇ ਗੁਣ ਕੰਮ ਆਉਣੇ ਨੇ, ਉੱਥੇ ਅਵਗਣ ਕੰਮ ਹੀ ਨਹੀਂ ਆਉਣੇ। ਉੱਥੇ ਅਵਗਣਾਂ ਨਾਲ ਤੁਰਿਆ ਹੀ ਨਹੀਂ ਜਾਣਾ, ਉੱਥੇ ਤੇ ਸ਼ੁਭ ਗੁਣਾਂ ਦੇ ਧਾਰਨੀ ਬਣਨਾ ਸੀ, ਤੇ ਇੱਕ ਵੀ ਗੁਣ ਨਹੀਂ ਇਕੱਠਾ ਕੀਤਾ। ਸਭ ਅਵਗਣ ਮੈਂ ਗੁਣ ਨਹੀਂ ਕੋਈ। ਹੁਣ ਪਛਤਾਵਾ ਹੋ ਗਿਆ ਨਾ, ਹੁਣ ਕਿਹੜਾ ਮੂੰਹ ਲੈ ਕੇ ਜਾਵਾਂਗੇ? ਹੁਣ ਤਾਂ ਬਸ ਅਰਦਾਸ ਹੀ ਰਹਿ ਗਈ ਪੱਲੇ। ਸਭ ਅਵਗਣ ਮੈਂ ਗੁਣ ਨਹੀਂ ਕੋਈ, ਕਿਉਂ ਕਰ ਕੰਤ ਮਿਲਾਵਾ ਹੋਈ। ਨਾ ਮੈਂ ਰੂਪ ਨ ਬੰਕੇ ਨੈਣਾ, ਨਾ ਕੁਲ ਢੰਗ ਨਾ ਮੀਠੇ ਬਹਿਣਾ। ਮੈਨੂੰ ਤਾਂ ਢੰਗ ਵੀ ਨਹੀਂ ਆਇਆ ਜੀਵਨ ਜਿਉਣ ਦਾ, ਤੇ ਉਸ ਕੰਤ ਨਾਲ ਕਿਵੇਂ ਮੇਲ ਹੋਏਗਾ? ਕਿਉਂਕਿ ਵਿਚਕਾਰ ਅਵਗਣਾਂ ਦਾ ਢੇਰ ਲੱਗ ਗਿਆ। ਅਵਗਣਾਂ ਨੇ ਵਿੱਚ ਆ ਕੇ ਰੁਕਾਵਟ ਪਾ ਦਿੱਤੀ। ਇਹ ਅਵਗਣ ਜਿਹੜੇ ਸੀ, ਮੈਂ ਸਾਰੀ ਉਮਰ ਅਵਗਣ ਹੀ ਇਕੱਠੇ ਕੀਤੇ। ਤੇ ਧਿਆਨ ਰੱਖਿਓ, ਅਵਗਣ ਇਕੱਠੇ ਕਰਨ ਲਈ ਮਿਹਨਤ ਕਰਨ ਦੀ ਲੋੜ ਨਹੀਂ। ਸ਼ੁਭ ਗੁਣ ਇਕੱਠੇ ਕਰਨੇ ਹੋਣ ਤਾਂ ਘਾਲਣਾ ਘਾਲਣੀ ਪੈਂਦੀ ਹੈ, ਮਿਹਨਤ ਕਰਨੀ ਪੈਂਦੀ ਹੈ। ਤੇ ਦੂਜੀ ਗੱਲ, ਸ਼ੁਭ ਗੁਣ ਸਾਡੀ ਜ਼ਿੰਦਗੀ ਨੂੰ ਖੂਬਸੂਰਤ ਬਣਾ ਦਿੰਦੇ ਨੇ, ਤੇ ਅਵਗਣ ਸਾਡੀ ਜ਼ਿੰਦਗੀ ਨੂੰ ਬਦਸੂਰਤ ਬਣਾ ਦਿੰਦੇ ਨੇ। ਪਰ ਸਾਨੂੰ ਧਿਆਨ ਨਹੀਂ ਸੀ, ਅਸੀਂ ਬਦਸੂਰਤ ਅੰਦਰੋਂ ਹੁੰਦੇ ਗਏ, ਬਾਹਰੋਂ ਖੂਬਸੂਰਤ ਹੁੰਦੇ ਗਏ। ਅੰਦਰ ਪਤਾ ਹੀ ਨਹੀਂ ਲੱਗਾ ਕਿ ਅੰਦਰ ਕਿੰਨੇ ਅਸੀਂ ਬਦਸੂਰਤ ਹੋ ਗਏ।
ਸਾਡੇ ਅੰਦਰ ਦੇ ਵਿਚਾਰ, ਅੰਦਰ ਦੇ ਖਿਆਲ, ਅੰਦਰ ਦੀ ਸੋਚ ਕਿੰਨੀ ਅੰਦਰੋਂ ਮਾੜੀ ਹੋ ਗਈ, ਪਰ ਬਾਹਰੋਂ ਅਸੀਂ ਖੂਬਸੂਰਤ ਹਾਂ, ਬਾਹਰੋਂ ਅਸੀਂ ਸੋਹਣੇ ਲੱਗਦੇ ਹਾਂ, ਬਾਹਰੋਂ ਅਸੀਂ ਆਪਣੀ ਚਮੜੀ ਨੂੰ ਸਵਾਰਨਾ, ਕੱਪੜਿਆਂ ਨੂੰ ਨਿਖਾਰਨਾ ਆ ਗਿਆ। ਅਸੀਂ ਬਾਹਰੋਂ ਜਿੰਨੇ ਖੂਬਸੂਰਤ ਹੋ ਗਏ, ਮਾਫ ਕਰਨਾ, ਉਨੇ ਹੀ ਅੰਦਰੋਂ ਬਦਸੂਰਤ ਹੋ ਗਏ। ਜਿਹੜੇ ਬਾਹਰੋਂ ਬਦਸੂਰਤ ਸੀ, ਅੰਦਰ ਵੇਖਿਆ ਇਹਦੇ ਕੋਲ ਖੂਬਸੂਰਤੀ ਵਾਲੇ ਗੁਣ ਨੇ, ਤਾਂ ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ ਸੀ, ਪਿਆਰਿਓ ਮੇਰੀ ਨਜ਼ਰ ਨਾਲ ਵੇਖੋ, ਇਹ ਤੁਹਾਨੂੰ ਕੁੱਥਰਾ ਲੱਗਦਾ? ਨਹੀਂ, ਮੈਨੂੰ ਤਾਂ ਸੁਥਰਾ ਲੱਗਦਾ। ਅਸੀਂ ਬਾਹਰੋਂ ਸੁਥਰੇ ਲੱਗਦੇ ਹਾਂ, ਮਾਫ ਕਰਨਾ, ਅੰਦਰੋਂ ਕੁੱਥਰੇ ਹਾਂ। ਤਾਂ ਹੀ ਤੇ ਬਾਣੀ ਵਿੱਚ ਕਿਹਾ ਸੀ, ਕਹਿੰਦੇ ਚਿੱਟੇ ਜਿਨਕੇ ਕੱਪੜੇ ਮੈਲੇ ਚਿੱਤ ਕਠੋਰ। ਜਿੰਨੇ ਬਾਹਰੋਂ ਚਿੱਟੇ ਆ, ਉਨੇ ਹੀ ਅੰਦਰੋਂ ਕਾਲੇ ਆ। ਇਸ ਕਰਕੇ ਬਾਹਰ ਦੀ ਖੂਬਸੂਰਤੀ ਤਾਂ ਇੱਕ ਦਿਨ ਮਿੱਟੀ ਨੇ ਖਾ ਜਾਣੀ ਹੈ। ਬਾਹਰੋਂ ਜਿੰਨੇ ਮਰਜ਼ੀ ਆਪਾਂ ਖੂਬਸੂਰਤ ਹੋਈਏ, ਸੁੰਦਰ ਹੋਈਏ, ਪਰ ਅੰਦਰ ਦੀ ਵਿਚਾਰ, ਅੰਦਰ ਦਾ ਖਿਆਲ, ਸਾਡੇ ਅੰਦਰ ਦਾ ਆਚਰਣ ਮੈਲਾ ਰਹਿ ਗਿਆ, ਤੇ ਬਾਹਰ ਦੀ ਸੁੰਦਰਤਾ ਨੂੰ ਕੀ ਕਰਾਂਗੇ? ਤੇ ਮਿੱਟੀ ਨੇ ਖਾ ਜਾਣੀ ਹੈ ਇੱਕ ਦਿਨ। ਇਹ ਵੀ ਆਪਾਂ ਬਾਬਾ ਫਰੀਦ ਸਾਹਿਬ ਦੇ ਬਚਨਾਂ ਚੋਂ ਪੜ੍ਹ ਕੇ ਆਏ ਆ। ਅਸਲ ਵਿੱਚ ਜਿਹੜਾ ਰੋਜ਼ ਆਪਾਂ ਵਿਚਾਰ ਕਰਦੇ ਆ ਨਾ, ਭਾਵੇਂ ਬੋਲ ਰਹੇ ਆ, ਸੁਣ ਰਹੇ ਆ, ਇਹਦਾ ਮਤਲਬ ਹੈ ਵੀ ਇਹਨੂੰ ਹਿਰਦੇ ਵਿੱਚ ਰੱਖਿਆ ਕਰੀਏ। ਇਹ ਨਹੀਂ ਕਿ ਕੱਲ ਦੀ ਕੱਲ ਛੱਡਤੀ ਤੇ ਅੱਜ ਦੀ ਅੱਜ ਛੱਡ ਦਿਓ, ਨਹੀਂ, ਫਿਰ ਗੱਲ ਨਹੀਂ ਬਣਨੀ। ਵਿਚਾਰ ਕੇ ਆਏ ਸੀ ਬਾਬਾ ਫਰੀਦ ਸਾਹਿਬ ਨੇ ਕਿਹਾ ਸੀ, ਫਰੀਦਾ ਮੈਂ ਭੁਲਾਵਾ ਪੱਗ ਦਾ, ਮਤ ਮੈਲੀ ਹੋ ਜਾਏ, ਗਹਿਲਾ ਰੂਹ ਨਾ ਜਾਣੀ, ਸਿਰ ਵੀ ਮਿੱਟੀ ਖਾਏ। ਬਾਹਰੋਂ ਜਿੰਨੇ ਮਰਜ਼ੀ ਖੂਬਸੂਰਤ ਹੋਈਏ, ਸੁੰਦਰ ਹੋਈਏ, ਪਰ ਇੱਕ ਦਿਨ ਤਾਂ ਮਿੱਟੀ ਹੋਣਾ, ਇੱਕ ਦਿਨ ਖਾਕ ਹੋ ਜਾਣਾ, ਮਿੱਟੀ ਹੋ ਜਾਣਾ। ਕਹਿਣ ਲੱਗੇ ਜੇ ਖੂਬਸੂਰਤੀ ਬਣਾਉਣੀ ਆ, ਆਪਣੇ ਅੰਦਰ ਦੇ ਆਚਰਣ ਵਿਚਾਰਾਂ ਦੀ ਖੂਬਸੂਰਤੀ ਬਣਾ। ਤੇਰੀ ਸੋਚ ਚੰਗੀ ਹੋਣੀ ਚਾਹੀਦੀ ਹੈ, ਤੇਰਾ ਆਚਰਣ ਚੰਗਾ ਹੋਣਾ ਚਾਹੀਦਾ ਹੈ, ਤੇਰੀ ਵਿਚਾਰ ਚੰਗੀ ਹੋਣੀ ਚਾਹੀਦੀ ਹੈ। ਅੰਦਰੋਂ ਤੂੰ ਬਦਸੂਰਤ ਹੈ, ਬਾਹਰੋਂ ਤੂੰ ਖੂਬਸੂਰਤ ਹੈ। ਮੋਰ ਬੜਾ ਖੁਸ਼ੀ ਵਿੱਚ ਝੂਮਦਾ ਹੈ ਕਿ ਰੱਬ ਨੇ ਮੈਨੂੰ ਬੜਾ ਸੋਹਣਾ ਬਣਾਇਆ, ਬੜਾ ਸੋਹਣਾ ਬਣਾਇਆ। ਝੂਮਦਾ ਝੂਮਦਾ ਕਿਤੇ ਨਜ਼ਰ ਥੱਲੇ ਆ ਜਾਏ ਨਾ ਪੈਰਾਂ ਤੇ, ਅੱਖਾਂ ਚੋਂ ਅਥਰੂ ਨਿਕਲਦੇ ਨੇ ਕਿ ਆਹ ਕੀ ਬਣ ਗਿਆ, ਇਹ ਕੀ ਬਣਿਆ। ਏਡੀ ਖੂਬਸੂਰਤੀ ਦੇ ਪਿੱਛੇ ਬਦਸੂਰਤੀ। ਜਿੱਦਨ ਆਪ ਨੜੈ ਗਿਰੀਵਾਨ ਮੈਂ ਸਿਰ ਨੀਵਾਂ ਕਰ ਦੇਖ। ਬਾਹਰ ਦੀ ਸੁੰਦਰਤਾ, ਬਾਹਰ ਦੇ ਖੁਸ਼ੀਆਂ ਵਿੱਚ ਝੂਮਦੇ ਪਏ ਆ ਨਾ, ਨੱਚਦੇ ਆ, ਭੰਗੜੇ ਪਾਉਂਦੇ ਆ। ਜਿੱਦਨ ਅੰਦਰ ਕਿਤੇ ਮੋਰ ਦੇ ਵਾਂਗੂ ਨੀਵੀਂ ਪਾ ਕੇ ਵੇਖਿਆ ਤੇ ਬਦਸੂਰਤੀ ਤੋਂ ਸਿਵਾ ਕੁਝ ਨਹੀਂ ਮਿਲਣਾ, ਗੰਦਗੀ ਤੋਂ ਸਿਵਾ ਕੁਝ ਵੀ ਨਹੀਂ ਮਿਲਣਾ। ਮਹਾਰਾਜ ਕਹਿੰਦੇ ਬਾਹਰੋਂ ਇਤਰ ਲਾ ਕੇ, ਬਾਹਰੋਂ ਪਰਫਿਊਮ ਲਾ ਕੇ ਕਿੰਨੀ ਖੁਸ਼ਬੂ ਵੰਡਦਾ ਪਿਆ, ਤੇ ਜਦੋਂ ਮੂੰਹ ਬੋਲਦਾ ਤੇ ਗੰਦੀ ਬੋਲਦਾ। ਮੁਖ ਆਵਤ ਤਾਂਕੇ ਦੁਰਗੰਧ, ਅੰਦਰੋਂ ਗੰਦਗੀ ਨਿਕਲਦੀ ਪਈ ਹੈ, ਪਰ ਬਾਹਰੋਂ ਵੇਖਾਂਗੇ ਤੇ ਪਰਫਿਊਮ, ਇਤਰ, ਸੈਂਟ ਬੜੇ ਕਮਾਲ ਦਾ ਲਾਇਆ ਹੋਇਆ। ਤੇ ਸਮਾਜ ਵੀ ਸਾਨੂੰ ਉਸੇ ਪਾਸੇ ਤੋਰ ਰਿਹਾ। ਤੁਸੀਂ ਆ ਅਖਬਾਰਾਂ ਪੜ੍ਹ ਲਓ, ਤੁਸੀਂ ਟੈਲੀਵਿਜ਼ਨ ਦੇਖ ਲਓ, ਉੱਥੇ ਇੱਕ ਤੋਂ ਇੱਕ ਐਡ ਮਿਲ ਜਾਏਗੀ, ਆਹ ਪਰਫਿਊਮ ਵਰਤਿਓ, ਆਹ ਸਾਡੇ ਵਾਲਾ ਇਤਰ ਵਰਤੋ, ਆਹ ਵਰਤੋ। ਪਰ ਕੋਈ ਇਹ ਤਾਂ ਕਹਿੰਦਾ ਨਹੀਂ ਤੁਸੀਂ ਆਹ ਗੁਣਾ ਵਾਲਾ ਇਤਰ ਵਰਤੋ, ਤੁਹਾਡੇ ਅੰਦਰ ਵੀ ਖੁਸ਼ਬੂ ਆਵੇ। ਗੁਰਬਾਣੀ ਦੇ ਵਿੱਚ ਉਹ ਗੁਣਾ ਵਾਲੀ ਖੁਸ਼ਬੂ ਹੈ ਜਿਹੜੀ ਸਾਨੂੰ ਅੰਦਰੋਂ ਖੂਬਸੂਰਤ ਬਣਾਉਂਦੀ ਹੈ, ਸਾਨੂੰ ਕੁੱਥਰੇ ਤੋਂ ਸੁਥਰਾ ਬਣਾਉਂਦੀ ਹੈ, ਸਾਨੂੰ ਅੰਦਰੋਂ ਵਿਗੜੇ ਹੋਏ ਢਾਂਚੇ ਨੂੰ ਸਵਾਰਦੀ ਹੈ। ਗੁਰਬਾਣੀ ਦਾ ਕਿਉਂ ਆਪਾਂ ਜਾਪ ਕਰਨਾ? ਕਿਉਂਕਿ ਇਹਦੇ ਵਿੱਚ ਸ਼ੁਭ ਗੁਣ ਭਰੇ ਹੋਏ ਨੇ। ਇਸ ਲਈ ਕਹਿ ਰਹੇ ਨੇ ਤੂੰ ਅਵਗੁਣਾਂ ਦੀ ਸਾਂਝ ਨਾ ਕਰ, ਤੂੰ ਗੁਣਾਂ ਦੀ ਸਾਂਝ ਕਰ। ਅਵਗੁਣ ਵਾਲੇ ਤੇ ਬੜੇ ਮਿਲ ਜਾਣਗੇ, ਪਰ ਸ਼ੁਭ ਗੁਣਾਂ ਦਾ ਧਾਰਨੀ ਕੋਈ ਮਿਲੇਗਾ। ਤਾਂ ਹੀ ਤੇ ਕਿਹਾ ਸੀ, ਕੋਈ ਜਨ ਹਰਿ ਸਿਉ ਦੇਵੈ ਜੋਰ, ਚਰਨ ਗਹੋਂ ਬਕੋਂ ਸ਼ੁਭ ਰਸ ਨਾ ਦੀਜਹਿ ਪ੍ਰਾਨ ਅਕੋਰ। ਪਰ ਕੋਈ ਮੈਨੂੰ ਉਹਦੇ ਨਾਲ ਜੋੜਨ ਵਾਲਾ ਮਿਲੇ, ਉਹ ਸ਼ੁਭ ਗੁਣਾਂ ਤੋਂ ਬਿਨਾ ਜੁੜਿਆ ਨਹੀਂ ਜਾਣਾ। ਗੁਣਾ ਕਾ ਹੋਵੇ ਵਾਸਲਾ, ਕੱਢ ਵਾਸ ਲਈ ਜੈ। ਵਾਸ ਦਾ ਮਤਲਬ ਵਾਸ਼ਨਾ। ਜੇ ਤੇਰੇ ਕੋਲ ਸ਼ੁਭ ਗੁਣਾਂ ਦੀ ਵਾਸ਼ਨਾ ਹੈ ਤੇਰੇ ਹਿਰਦੇ ਰੂਪੀ ਡੱਬੀ ਵਿੱਚ, ਤਾਂ ਇਹ ਖੁਸ਼ਬੂ ਨੂੰ ਵੰਡ। ਤੂੰ ਖੁਸ਼ਬੂ ਨੂੰ ਵੰਡੇ, ਸ਼ੁਭ ਗੁਣ ਵਿਚਾਰਾਂ ਨੂੰ ਵੰਡਿਆ ਕਰ, ਕਿਉਂਕਿ ਅਵਗੁਣ ਵੰਡਣ ਦੀ ਲੋੜ ਨਹੀਂ, ਅਵਗੁਣ ਤੇ ਆਪਣੇ ਆਪ ਆਉਂਦੇ ਨੇ।
ਸਿੱਖੀ ਸਰੂਪ ਵਿੱਚ ਲਿਆਉਣ ਲਈ ਰੋਜ਼ ਬੇਨਤੀ ਕੀਤੀ ਜਾਂਦੀ ਹੈ, ਗੁਰੂ ਕੇ ਸਿੱਖੋ ਬਾਣੇ ਬਾਣੀ ਦੇ ਧਾਰਨੀ ਬਣ ਜਾਓ। ਤੇ ਜੇ ਕੋਈ ਨਵਾਂ ਫੈਸ਼ਨ ਆਵੇ ਤੇ ਫਿਰ ਬੇਨਤੀ ਥੋੜੀ ਕਰਨੀ ਪੈਂਦੀ ਹੈ, ਬਸ ਇੱਕ ਵਾਰੀ ਪਾ ਕੇ ਬਾਜ਼ਾਰ ਚੋਂ ਲੰਘ ਜਾਓ ਤੇ ਵੇਖਣ ਵਾਲੇ ਨੇ ਅਗਲੇ ਦਿਨ ਆਪੇ ਹੀ ਫੈਸ਼ਨ ਉਹ ਧਾਰਨ ਕਰ ਲੈਣਾ। ਉਹਨੂੰ ਕਹਿਣਾ ਨਹੀਂ ਪੈਂਦਾ, ਬਸ ਵਿਖਾਉਣਾ ਪੈਂਦਾ ਹੈ, ਕਿਉਂਕਿ ਅਵਗੁਣ ਇਕੱਠੇ ਨਹੀਂ ਕਰਨੇ ਪੈਂਦੇ, ਆਪੇ ਹੀ ਆ ਜਾਂਦੇ ਨੇ। ਸ਼ੁਭ ਗੁਣ ਇਕੱਠੇ ਕਰਨੇ ਪੈਂਦੇ ਨੇ। ਬੁਰਾਈਆਂ ਨਾਲ ਤੇ ਸਮਾਜ ਭਰਿਆ ਪਿਆ, ਬੁਰਾਈਆਂ ਦੀ ਤਾਂ ਲੋੜ ਹੀ ਨਹੀਂ, ਲੋੜ ਹੈ ਚੰਗਿਆਈਆਂ ਦੀ। ਤੇ ਚੰਗਿਆਈ ਲੈਣ ਲਈ ਤੇ ਆਪਾਂ ਗੁਰੂ ਘਰ ਆਉਂਦੇ ਆ, ਸੰਗਤ ਕਰਦੇ ਆ, ਗੁਰਬਾਣੀ ਨਾਲ ਜੁੜਦੇ ਆ। ਕਾਹਦੇ ਲਈ? ਤਾਂ ਕਿ ਸਾਡੇ ਅੰਦਰ ਸ਼ੁਭ ਗੁਣ ਆਉਣ। ਗੁਣਾ ਕਾ ਹੋਵੇ ਵਾਸ ਲਾ, ਕੱਢ ਵਾਸ ਲਈ ਜੈ। ਜੇ ਗੁਣ ਹੋਵਨ ਸਾਜਣਾ, ਮਿਲ ਸਾਂਝ ਕਰੀ ਜੈ। ਕਹਿੰਦੇ ਜੇ ਸੱਜਣ ਕੋਲ ਸ਼ੁਭ ਗੁਣ ਹੋਣ ਤਾਂ ਸਾਂਝ ਉਹਦੇ ਨਾਲ ਪਾ ਲੈਣੀ ਚਾਹੀਦੀ ਹੈ, ਭਾਵ ਗੁਰਮੁਖਾਂ ਦੀ ਸੰਗਤ ਕਰ ਲੈਣੀ ਚਾਹੀਦੀ ਹੈ ਤੇ ਮਨਮੁਖਾਂ ਤੋਂ ਦੂਰ ਹੋਣਾ ਚਾਹੀਦਾ ਹੈ। ਜੇ ਕੋਈ ਗੁਰਮੁਖ ਮਿਲ ਜਾਏ, ਗੁਰਸਿੱਖੜਾ ਮਿਲ ਜਾਏ, ਜਿਹਦੇ ਕੋਲ ਰੱਬੀ ਬਾਣੀ ਦੀ ਖੁਸ਼ਬੂ ਹੋਵੇ, ਤੇ ਪਾਸਾ ਨਾ ਵਟਿਆ ਕਰੋ, ਹੱਥ ਜੋੜ ਕੇ ਕਿਹਾ ਕਰੋ, ਆਏ ਮਿਲ ਗੁਰ ਸਿੱਖ ਆਏ ਮਿਲ, ਤੂੰ ਮੇਰੇ ਗੁਰੂ ਕੇ ਪਿਆਰੇ। ਆ ਗੁਰੂ ਕੇ ਸਿੱਖਾ, ਜੋ ਗੁਰੂ ਗ੍ਰੰਥ ਸਾਹਿਬ ਵਿੱਚੋਂ ਸ਼ੁਭ ਗੁਣਾਂ ਦੀ ਖੁਸ਼ਬੂ ਲੈ ਕੇ ਆਇਆ, ਉਹ ਕਿਤੇ ਖੁਸ਼ਬੂ ਮੇਰੀ ਝੋਲੀ ਵਿੱਚ ਵੀ ਪਾ ਦੇ, ਮੈਨੂੰ ਵੀ ਥੋੜੀ ਜੀ ਖੁਸ਼ਬੂ ਵੰਡ ਦੇ। ਤੇ ਜੇ ਕਿਤੇ ਕੋਈ ਮਨਮੁਖ ਆਉਂਦਾ ਹੋਵੇ ਤਾਂ ਫਿਰ ਸਾਕਤ ਸੰਗ ਨਾ ਕੀਜੀਏ, ਦੂਰ ਰਹਿ ਜਾਈਏ ਭਾਗ। ਕਹਿੰਦੇ ਉਹਦਾ ਸੰਗ ਨਾ ਕਰਿਓ, ਹੋ ਸਕੇ ਤੇ 2 ਕਦਮ ਪਿੱਛੇ ਹੀ ਹੋ ਜਾਇਓ, ਕਿਉਂਕਿ ਉਹਦੇ ਕੋਲ ਗੰਦਗੀ ਹੈ, ਉਹਦੇ ਕੋਲ ਚਿੱਕੜ ਹੈ। ਤੇ ਇਹ ਨਾ ਹੋਵੇ ਉਹ ਚਿੱਕੜ ਤੁਹਾਡੇ ਤੇ ਵੀ ਪੈ ਜਾਏ, ਉਹ ਗੰਦਗੀ ਦੀ ਬਦਬੂ ਤੁਹਾਡੇ ਵਿੱਚੋਂ ਵੀ ਆਉਣ ਲੱਗ ਜਾਏ। ਇਹ ਤੇ ਕੁਦਰਤੀ ਹੈ। ਤੁਸੀਂ ਗੰਦਗੀ ਚੋਂ ਲੰਘ ਕੇ ਆਓ ਤੇ ਜਿੱਥੇ ਆਓਗੇ ਲੋਕ ਕਹਿਣਗੇ ਕਿੱਥੋਂ ਆਇਆ? ਤੁਸੀਂ ਕਹੋਗੇ ਵੀ ਪੁੱਛਦਾ ਕਿਉਂ ਹੈ? ਕਹਿੰਦੇ ਤੇਰੇ ਚੋਂ ਬਦਬੂ ਬੜੀ ਆ ਰਹੀ ਹੈ। ਜੇ ਤੁਸੀਂ ਫੁੱਲਾਂ ਦੇ ਬਾਗ ਵਿੱਚੋਂ ਲੰਘ ਕੇ ਆਓਗੇ ਤੇ ਲੋਕ ਕਹਿਣਗੇ ਕਿੱਥੋਂ ਆਇਆ? ਤੁਸੀਂ ਕਹੋਗੇ ਕਿਉਂ? ਕਹਿੰਦੇ ਤੇਰੇ ਚੋਂ ਖੁਸ਼ਬੂ ਹੀ ਬੜੀ ਆ ਰਹੀ ਹੈ। ਇਸ ਲਈ ਮਨਮੁਖਾਂ ਦੀ ਸੰਗਤ ਨਹੀਂ, ਅਸੀਂ ਗੁਰਮੁਖਾਂ ਦੀ ਸੰਗਤ ਕਰਨੀ। ਪਰ ਧਿਆਨ ਰੱਖਿਓ, ਗੁਣ ਵੀ ਉੱਥੇ ਵੱਡੇ ਵੰਡੇ ਜਾਂਦੇ ਨੇ ਜਿੱਥੇ ਗੁਣਾਂ ਦਾ ਕੋਈ ਗਾਹਕ ਹੋਵੇ। ਜੇ ਅੱਗੇ ਗੁਣ ਲੈਣ ਵਾਲਾ ਗਾਹਕ ਹੀ ਨਹੀਂ ਤੇ ਫਿਰ ਬੇਕਦਰੀ ਹੋ ਜਾਏਗੀ। ਰਾਮ ਪਦਾਰਥ ਪਾਏ ਕਹਿ ਕਬੀਰਾ, ਗਾਂਠ ਨਾ ਖੋਲ, ਨਹੀਂ ਪਟਨ ਨਹੀਂ ਪਾਰਖੂ, ਨਹੀਂ ਗਾਹਕ ਨਹੀਂ ਮੋਲ। ਕਹਿੰਦੇ ਇੱਥੇ ਤਾਂ ਕੋਈ ਮੁੱਲ ਪਾਉਣ ਵਾਲਾ ਵੀ ਨਹੀਂ। ਜਿਹਨੂੰ ਮੁੱਲ ਨਹੀਂ ਸੀ ਪਤਾ, ਉਹਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਤੀ। ਜਿਹਨੂੰ ਮੁੱਲ ਨਹੀਂ ਸੀ ਪਤਾ, ਕਦਰ ਨਹੀਂ ਸੀ ਗੁਰੂ ਸਾਹਿਬ ਦੀ, ਉਹਨੇ ਗੁਰੂ ਸਾਹਿਬ ਜੀ ਦੀ ਬਾਣੀ ਦੀ ਬੇਕਦਰੀ ਕਰ ਦਿੱਤੀ। ਕਿਉਂ? ਕਿਉਂਕਿ ਉਹ ਗਾਹਕ ਨਹੀਂ ਸੀ ਗੁਰਬਾਣੀ ਦਾ। ਜਿਹਨੇ ਇਹ 5 ਕਕਾਰਾਂ ਦੀ ਕਦਰ ਨਹੀਂ ਸੀ, ਉਹਨੇ 5 ਕਕਾਰਾਂ ਦੀ ਬੇਕਦਰੀ ਕਰ ਦਿੱਤੀ। ਕਿਉਂ? ਕਿਉਂਕਿ ਉਹ ਗਾਹਕ ਨਹੀਂ ਸੀ ਇਹਦਾ। ਜਿਹੜਾ ਗਾਹਕ ਜਿਸ ਚੀਜ਼ ਦਾ ਹੋਏਗਾ ਉਹਨੂੰ ਉਹਦੀ ਕਦਰ ਵੀ ਹੋਏਗੀ, ਤੇ ਜੇ ਉਹਦਾ ਗਾਹਕ ਨਹੀਂ ਹੋਏਗਾ ਤੇ ਉਹ ਬੇਕਦਰੀ ਕਰੇਗਾ। ਜੇ ਕੱਚ ਦਾ ਗਾਹਕ ਹੋਏਗਾ, ਤੁਸੀਂ ਹੀਰਾ ਰੱਖਦੇ ਹੋ, ਉਹਦੀ ਕਦਰ ਥੋੜੀ ਕਰੇਗਾ, ਉਹ ਬੇਕਦਰੀ ਕਰੇਗਾ, ਕਿਉਂਕਿ ਉਹ ਕੱਚ ਦਾ ਗਾਹਕ ਸੀ, ਤੁਸੀਂ ਉਹਦੇ ਅੱਗੇ ਹੀਰਾ ਰੱਖ ਦਿੱਤਾ। ਕਿਸੇ ਕੋਲੇ ਦੇ ਵਪਾਰੀ ਕੋਲ ਤੁਸੀਂ ਚੰਦਨ ਦੀ ਲੱਕੜ ਰੱਖ ਦਿਓਗੇ, ਉਹਦੀ ਕਦਰ ਕਰੇਗਾ ਨਹੀਂ। ਕਿਉਂ? ਕਿਉਂਕਿ ਉਹ ਤਾਂ ਕੋਲੇ ਦਾ ਵਪਾਰੀ ਹੈ ਤੇ ਤੁਸੀਂ ਲਿਆ ਕੇ ਉਹਦੇ ਕੋਲ ਚੰਦਨ ਦੀ ਲੱਕੜ ਰੱਖਤੀ। ਇਸੇ ਤਰ੍ਹਾਂ ਕਹਿਣ ਲੱਗੇ, ਫਰੀਦਾ ਜਿੰਨੀ ਕੰਮੀ ਨਾਹੇ ਗੁਣ, ਜਿਨ੍ਹਾਂ ਕੰਮਾਂ ਵਿੱਚ ਚੰਗੇ ਗੁਣ ਨਹੀਂ ਤੇ ਕਮੜੇ ਵਿਸਾਰ, ਉਹ ਕੰਮ ਵਿਸਾਰ ਦੇਣੇ ਚਾਹੀਦੇ ਆ, ਛੱਡ ਦੇਣੇ ਚਾਹੀਦੇ ਆ। ਜਿਸ ਕੰਮ ਵਿੱਚ ਚੰਗਿਆਈ ਨਹੀਂ ਹੈ, ਜਿਸ ਕੰਮ ਦੇ ਵਿੱਚ ਚੰਗੇ ਗੁਣ ਨਹੀਂ, ਉਹ ਕੰਮ ਸਾਨੂੰ ਛੱਡ ਦੇਣੇ ਚਾਹੀਦੇ ਨੇ। ਪਰ ਅਫਸੋਸ, ਜਿਸ ਕੰਮ ਵਿੱਚ ਚੰਗੇ ਗੁਣ ਨੇ ਅਸੀਂ ਉਹ ਤਾਂ ਛੱਡਣ ਨੂੰ ਤਿਆਰ ਹਾਂ, ਪਰ ਜਿੱਥੇ ਅਵਗਣ ਨੇ ਉਹ ਨਹੀਂ ਅਸੀਂ ਛੱਡਣ ਨੂੰ ਤਿਆਰ। ਅਸੀਂ ਦੁਨੀਆ ਦੇ ਰੰਗ ਜਿਹੜੇ ਆ, ਬਾਬਾ ਫਰੀਦ ਸਾਹਿਬ ਨੇ ਇਹ ਵੀ ਗੱਲ ਸਾਡੇ ਸਾਹਮਣੇ ਰੱਖ ਦਿੱਤੀ ਸੀ, ਰੇ ਮਨ ਗਹਿਲੇ ਬਾਬਰੇ ਮਾਣੇ ਕਿਆ ਰਲੀਆਂ। ਤੂੰ ਹਜੇ ਵੀ ਰੰਗ ਰਲੀਆਂ ਮਾਣੀ ਜਾਂਦਾ ਪਿਆ, ਕਿਉਂਕਿ ਆ ਦੁਨੀਆ ਦੀ ਬੁਰਾਈ ਛੱਡਣੀ ਬੜੀ ਔਖੀ ਹੈ। ਦੁਨੀਆ ਦੀ ਚਮਕ ਦਮਕ ਵਿੱਚੋਂ ਨਿਕਲਣਾ ਬੜਾ ਔਖਾ ਹੈ। ਜਿੰਨੀ ਕਮੀ ਨਾਹੇ ਗੁਣ, ਜਿਸ ਕੰਮ ਵਿੱਚ ਗੁਣ ਨਹੀਂ ਹੁੰਦੇ ਉਹ ਕੰਮ ਛੱਡ। ਤੁਸੀਂ ਜਿਹੜਾ ਕੰਮ ਦੁਨਿਆਵੀ ਤੌਰ ਤੇ ਕਰਦੇ ਹੋ, ਕੋਈ ਬਿਜ਼ਨਸ ਕਰਦੇ ਹੋ,
ਕੋਈ ਦੁਕਾਨ ਕੋਈ ਵਪਾਰ ਕਰਦੇ ਹੋ, ਜੇ ਉਹਦੇ ਵਿੱਚ ਤੁਹਾਨੂੰ ਮੁਨਾਫਾ ਨਾ ਹੋਵੇ ਤੇ ਕੀ ਕਰਦੇ ਹੋ? ਤੁਸੀਂ ਛੱਡ ਦਿੰਦੇ ਹੋ, ਕਿਉਂਕਿ ਇਹ ਕੰਮ ਮੇਰੇ ਮਹਿਸੂਸ ਨਹੀਂ ਆਇਆ, ਇਸ ਕੰਮ ਵਿੱਚ ਮੈਨੂੰ ਘਾਟਾ ਹੀ ਘਾਟਾ ਪੈ ਰਿਹਾ, ਇਹ ਕੰਮ ਨਹੀਂ, ਮੈਂ ਹੁਣ ਹੋਰ ਕੰਮ ਕਰਾਂਗਾ ਜਿਹਦੇ ਵਿੱਚ ਘਾਟਾ ਨਾ ਪਵੇ। ਬਾਹਰੋਂ ਸੋਚਦੇ ਆ ਨਾ, ਤੇ ਕਹਿੰਦੇ ਅੰਦਰ ਵੀ ਤਾਂ ਸੋਚ। ਬਾਹਰੋਂ ਤੂੰ ਵਾਧਾ, ਬਾਹਰੋਂ ਤੈਨੂੰ ਸਮਝ ਆ ਗਈ, ਅੰਦਰ ਤੂੰ ਘਾਟਾ ਹੀ ਪਾਈ ਜਾਂਦਾ, ਅੰਦਰ ਉਹ ਗੁਣ ਤਾਂ ਇਕੱਠੇ ਹੀ ਨਹੀਂ ਕਰ ਰਿਹਾ ਜਿਹੜੇ ਗੁਣ ਤੂੰ ਨਾਲ ਲੈ ਕੇ ਜਾਣੇ ਨੇ। ਅੰਦਰ ਦੀ ਤੈਨੂੰ ਸੋਝੀ ਨਹੀਂ, ਤੂੰ ਕਰਤੂਤਾਂ, ਤੂੰ ਕੰਮ ਉਹੋ ਜੇ ਕਰ ਰਿਹਾ। ਬਾਬਾ ਫਰੀਦ ਸਾਹਿਬ ਕਹਿੰਦੇ, ਦੁਨੀਆ ਦੇ ਲੋਕੋ ਬੜੇ ਪਿਆਰ ਨਾਲ ਕਹਿੰਦੇ ਨੇ ਹੱਥ ਜੋੜ ਕੇ, ਜਿੰਨੀ ਕੰਮੀ ਨਾਹੇ ਗੁਣ, ਜਿੰਨਾ ਕੰਮਾਂ ਵਿੱਚ ਚੰਗੇ ਗੁਣ ਨਹੀਂ ਹੁੰਦੇ, ਤੇ ਕੰਮੜੇ ਵੇਸਾਰ, ਉਹ ਕੰਮ ਛੱਡ ਦਿਓ। ਜਿੰਨੀਆਂ ਵੀ ਬੁਰਾਈਆਂ ਨੇ ਸਮਾਜ ਵਿੱਚ, ਉਹ ਬੁਰੇ ਲੋਕ ਨੇ, ਉਹਨਾਂ ਬੁਰਿਆਂ ਦੀ ਸੰਗਤ ਛੱਡ ਦਿਓ, ਬੁਰੀਆਂ ਆਦਤਾਂ ਛੱਡ ਦਿਓ, ਮਾੜੇ ਕੰਮ ਛੱਡ ਦਿਓ, ਮਾੜੇ ਰਸਤੇ ਛੱਡ ਦਿਓ, ਤੇ ਮਾੜੀ ਸੋਚ ਵੀ ਖਤਮ ਹੋ ਜਾਏਗੀ, ਮਾੜੀ ਵਿਚਾਰ ਵੀ ਖਤਮ ਹੋ ਜਾਏਗੀ। ਜਿੱਥੇ ਤੁਹਾਨੂੰ ਮਾੜੇ ਬੰਦੇ, ਮਾੜੀਆਂ ਕਰਤੂਤਾਂ ਕਰਨ ਵਾਲੇ ਨਜ਼ਰ ਆਉਂਦੇ ਆ, ਉਹਦਾ ਸਾਥ ਛੱਡ ਦਿਓ। ਗੁਰਮੁਖਾਂ ਦੀ ਸੰਗਤ ਕਰੋਗੇ ਤਾਂ ਉਸ ਮਾਲਕ ਦੇ ਘਰ ਮੁਖ ਉਜਲ ਹੋਏਗਾ। ਤੇ ਜੇ ਮਾੜੀਆਂ ਆਦਤਾਂ ਨਾ ਛੱਡੀਆਂ, ਬੁਰਾਈਆਂ ਦੀ ਆਦਤਾਂ ਨਾ ਛੱਡੀਆਂ, ਤਾਂ ਬਾਬਾ ਫਰੀਦ ਸਾਹਿਬ ਜੀ ਕਹਿ ਰਹੇ ਹਨ, ਮਤ ਸ਼ਰਮਿੰਦਾ ਥੀਵਹੀ, ਸਾਈਂ ਦੇ ਦਰਬਾਰ। ਮਤਾਂ ਕਿਤੇ ਤੈਨੂੰ ਸਾਈਂ ਦੇ ਦਰਬਾਰ ਤੇ ਜਾ ਕੇ ਤੈਨੂੰ ਸ਼ਰਮਿੰਦਾ ਹੋਣਾ ਪਏ ਕਿ ਤੈਨੂੰ ਆਹ ਕੰਮ ਲਈ ਮਨੁੱਖਾ ਜਨਮ ਦਿੱਤਾ ਸੀ, ਤੈਨੂੰ ਇਸ ਲਈ ਮਨੁੱਖਾ ਦੇਹੀ ਦਿੱਤੀ ਸੀ ਕਿ ਤੂੰ ਸ਼ੈਤਾਨ ਵਾਲੇ ਕੰਮ ਕਰਦਾ ਰਹੇ, ਤੂੰ ਹੈਵਾਨ ਵਾਲੇ ਕੰਮ ਕਰਦਾ ਰਹੇ, ਤੂੰ ਜਾ ਕੇ ਉੱਥੇ ਬੁਰੇ ਕਰਮ ਕਰਦਾ ਰਵੇਂ। ਤੂੰ ਦੁਨੀਆ ਦੇ ਵਿੱਚ ਆ ਦੇਖੋ, ਹੈ ਤਾਂ ਮਨੁੱਖ ਹੀ ਹੈ ਨਾ। ਮਨੁੱਖ ਜਦੋਂ ਕਦੀ ਕਿਸੇ ਧੀਆਂ ਭੈਣਾਂ ਦੀ ਪੱਤ ਲੁੱਟਦਾ ਤੇ ਕੀ ਇਹ ਚੰਗੇ ਕੰਮ ਨੇ? ਕਿਸੇ ਨਾਲ ਧੋਖਾ ਕਰਨਾ, ਛਲ ਫਰੇਬ ਕਰਨੀ, ਠੱਗੀ ਕਰਨੀ, ਆਪਣਿਆਂ ਦੇ ਪਿੱਠ ਪਿਰੇ ਛੁਰਾ ਖੋਬਣਾ, ਇਹ ਕੋਈ ਨੇਕ ਕੰਮ ਨੇ? ਕਹਿੰਦੇ ਤੈਨੂੰ ਮਨੁੱਖਾ ਜਨਮ ਲਈ ਭੇਜਿਆ ਸੀ, ਚੰਗੇ ਗੁਣ ਇਕੱਠੇ ਕਰਨ ਲਈ, ਪਰ ਤੂੰ ਕਰਮ ਮਾੜੇ ਕਰਦਾ ਰਿਹਾ। ਹੁਣ ਮਾਲਕ ਦੇ ਦਰ ਤੇ ਜਦੋਂ ਲੇਖਾ ਰੱਬ ਮੰਗੇਸੀਆਂ ਤੂੰ ਆਹੋ ਕੇਰੇ ਕੰਮ, ਉਦੋਂ ਸ਼ਰਮਿੰਦਾ ਹੀ ਹੋਏਗਾ, ਹੋਰ ਕੀ ਹੋਣਾ। ਜੇ ਤੂੰ ਸ਼ਰਮਿੰਦਗੀ ਨਹੀਂ ਉਠਾਉਣਾ ਚਾਹੁੰਦਾ, ਇੱਥੇ ਵੀ ਧਿਆਨ ਰੱਖਿਓ, ਸਮਾਂ ਸਮਾਪਤ ਹੈ। ਯਤਨ ਤਾਂ ਸੀ ਕਿ 3 ਸ਼ਲੋਕ ਦੀ ਵਿਚਾਰ, ਪਰ ਸ਼ਲੋਕ ਹੀ ਇੰਨੇ ਗਹਿਰੇ ਨੇ ਕਿ ਜਿੰਨਾ ਮਰਜ਼ੀ ਇਸ ਗਹਿਰਾਈ ਵਿੱਚ ਉਤਰ ਜਾਓ, ਇਹਦਾ ਅੰਤ ਹੀ ਕੋਈ ਨਹੀਂ ਹੈ। ਇਹਨੂੰ ਸਮਝਣਾ ਹੈ ਆਪਾਂ। ਸਤਿਗੁਰੂ ਪਾਤਸ਼ਾਹ ਨੇ ਜਿੰਨੇ ਕੁ ਸਮੇਂ ਵਿੱਚ ਇਹ ਵਿਚਾਰ ਕਰਵਾਈ, ਉਹਨੂੰ ਸਮਝਣਾ ਹੈ। ਸਾਨੂੰ ਬਾਹਰੋਂ ਤਾਂ ਡਰ ਹੈ ਵੀ ਕਿਤੇ ਮੈਂ ਸ਼ਰਮਿੰਦਾ ਨਾ ਹੋਵਾਂ, ਬਾਹਰੋਂ ਡਰ ਹੈ ਨਾ ਕਿ 4 ਬੰਦਿਆਂ ਵਿੱਚ ਮੈਨੂੰ ਸ਼ਰਮਿੰਦਗੀ ਨਾ ਉਠਾਣੀ ਪਏ, ਉਹਦਾ ਫਿਕਰ ਹੈ ਕਿ ਮੈਂ ਦੁਨੀਆ 'ਚ ਕਿਹੜਾ ਮੂੰਹ ਦਿਖਾਵਾਂਗਾ, ਪਰ ਇਹ ਨਹੀਂ ਪਤਾ ਰੱਬ ਦੇ ਘਰ ਮੂੰਹ ਕਿਹੜਾ ਵਿਖਾਏਗਾ। ਉਹਦਾ ਡਰ ਨਹੀਂ, ਉਹਦੀ ਚਿੰਤਾ ਨਹੀਂ ਵੀ ਉੱਥੇ ਵੀ ਇੱਕ ਦਿਨ ਸ਼ਰਮਿੰਦਾ ਹੋਣਾ ਪੈਣਾ। ਜਿਹਨੇ ਜ਼ਿੰਦਗੀ ਦਿੱਤੀ ਆ, ਉਹਨੇ 4 ਦਿਨ ਦੇ ਪਲ, ਜ਼ਿੰਦਗੀ ਦੇ ਪਲਾਂ ਦਾ ਲੇਖਾ ਵੀ ਮੰਗਣਾ ਕਿ ਤੈਨੂੰ ਅਵਗਣ ਇਕੱਠੇ ਕਰਨ ਲਈ ਭੇਜਿਆ ਸੀ ਕਿ ਅਵਗਣਾਂ ਦੀ ਗੰਦਗੀ ਨੂੰ ਮਿਟਾਉਣ ਲਈ ਭੇਜਿਆ ਸੀ। ਤੈਨੂੰ ਤਾਂ ਭੇਜਿਆ ਸੀ, ਤੂੰ ਅਰਦਾਸ ਕਰ, ਹਮ ਅਵਗਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਈ, ਮਾਇਆ ਮੋਹ ਭਰਮ ਬੈ ਭੂਲੇ, ਸੁਤ ਦਾਰਾ ਸਿਉ ਪ੍ਰੀਤ ਲਗਾਈ, ਇੱਕ ਉਤਮ ਪੰਥ ਸੁਨਿਓ ਗੁਰ ਸੰਗਤ, ਤੇ ਮਿਲੰਤ ਜਮ ਤਰਾਸ ਮਿਟਾਈ, ਇੱਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ, ਰੱਖੋ ਸ਼ਰਨਾਈ। ਤੂੰ ਤਾਂ ਅਰਦਾਸ ਕਰਨੀ ਸੀ ਕਿ ਮਾਲਕ ਜੀ ਲਿਖੈ ਕਤੇ ਨਾ ਛੁਟੀਐ ਖਿਨ ਖਿਨ, ਭੂਲਣ ਹਾਰ ਬਖਸ਼ਣ ਹਾਰ, ਬਖਸ਼ ਲੈ ਨਾਨਕ ਪਾਰ ਉਤਾਰ। ਪਰ ਤੂੰ ਉਹ ਕੰਮ ਕਰਦਾ ਰਿਹਾ, ਅਰਦਾਸ ਤਾਂ ਛੱਡ, ਤੈਨੂੰ ਉਹਦੇ ਘਰ ਦਰ ਤੇ ਸ਼ਰਮਿੰਦਾ ਹੋਣਾ ਪਏਗਾ। ਇਸ ਲਈ ਮਤ ਸ਼ਰਮਿੰਦਾ ਥੀ ਵਈ, ਸਾਈਂ ਦੇ ਦਰਬਾਰ। ਉਹ ਕੰਮ ਨਾ ਆਪਾਂ ਕਰੀਏ ਜਿਹਦੇ ਨਾਲ ਉਸ ਸਾਈਂ ਮਾਲਕ ਦੇ ਘਰ ਸਾਨੂੰ ਸ਼ਰਮਿੰਦਾ ਹੋਣਾ ਪਏ। ਉਹ ਕਰਮ ਕਰੀਏ ਜਿਹਦੇ ਨਾਲ ਫਕਰ ਮਾਣ ਮਹਿਸੂਸ ਹੋਵੇ ਤੇ ਖੁਸ਼ੀ ਆਪਣੇ ਮਾਲਕ ਦੇ ਘਰ ਖਿੜੇ ਮੱਥੇ ਆਪਾਂ ਚੰਗੇ ਕਰਮ ਕਰਕੇ ਜਾਈਏ, ਕਿਉਂਕਿ ਉੱਥੇ ਤਾਂ ਚੰਗੇ ਆਈਆਂ ਬੁਰੇ ਆਈਆਂ, ਵਾਚੈ ਧਰਮ ਹਦੂਰ, ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਨਾ ਦੀ ਖੇਡ ਹੈ। ਇਸ ਲਈ ਅਰਦਾਸ ਕਰੋ, ਗੁਰੂ ਸਾਹਿਬ ਸਾਡੇ ਤੇ ਮਿਹਰ ਕਰੋ, ਅਸੀਂ ਕਦੇ ਕੁਰਾਹੇ ਪੈ ਕੇ ਅਵਗਣ ਇਕੱਠੇ ਨਾ ਕਰੀਏ।
ਮਾੜੇ ਕੰਮ ਨਾ ਕਰੀਏ। ਸਾਨੂੰ ਆ ਗੁਰਮੁਖਾਂ ਵਾਲੇ ਰਾਹ ਤੇ ਤੋਰ ਕੇ ਆਪਣੇ ਚਰਨੀ ਲਾਈ ਰੱਖੋ। ਗੁਰਬਾਣੀ ਵਿੱਚੋਂ ਸ਼ੁਭ ਗੁਣਾਂ ਦਾ ਖਜ਼ਾਨਾ ਦਿਓ ਤਾਂ ਕਿ ਇਹਦੀ ਖੁਸ਼ਬੂ ਦਾ ਆਨੰਦ ਅਸੀਂ ਵੀ ਮਾਣ ਸਕੀਏ ਤੇ ਇਹ ਗੁਰਬਾਣੀ ਦੀ ਖੁਸ਼ਬੂ ਦੁਨੀਆ ਨੂੰ ਵੀ ਵੰਡ ਸਕੀਏ, ਤਾਂ ਕਿ ਬੁਰਾਈਆਂ ਸਮਾਜ ਵਿੱਚੋਂ ਦੀ ਖਤਮ ਹੋਣ ਤੇ ਚੰਗੇ ਨੇਕ ਕਰਮ ਇਨਸਾਨ ਕਰਦਿਆਂ ਲੋਕ ਸੁਖੀਏ। ਪਰਲੋਕ ਸੁਹੇਲੇ ਨਾਨਕ ਹਰਿ ਪ੍ਰਭ ਆਪੇ ਮੇਲੇ ਵਾਲਾ ਜੀਵਨ ਬਣਾ ਸਕੇ। ਅੱਜ ਦੀ ਵਿਚਾਰ ਕਰਦਿਆਂ ਬੇਅੰਤ ਭੁੱਲਾਂ ਹੋਈਆਂ ਨੇ, ਸਤਿਗੁਰੂ ਪਾਤਸ਼ਾਹ ਜੀ ਬਖਸ਼ ਦੇਣ। ਅੱਗੇ ਤੋਂ ਮਿਹਰ ਦਾ ਹੱਥ ਰੱਖਣ, ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣ, ਬਾਣੀ ਬਾਣੀ ਦੇ ਧਾਰਨੀ ਬਣਾਉਣ। ਬਾਬਾ ਫਰੀਦ ਸਾਹਿਬ ਜੀ ਦੇ ਪਾਵਨ ਬਚਨ ਆਪਣੇ ਹਿਰਦੇ ਵਿੱਚ ਵਸਾ ਲਈਏ ਜੀ। ਫਰੀਦਾ ਜਿਨੀ ਕੰਮੀ ਨਾਹੇ ਗੁਣ, ਤੇ ਕਮੜੇ ਵਿਸਾਰ। ਮਤ ਸ਼ਰਮਿੰਦਾ ਥੀਵਹੀ, ਸਾਈਂ ਦੇ ਦਰਬਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ